ਕੀ ਹਾਲ ਚਾਲ। 5ਵੀਂ ਕਲਾਸ ਤੇ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚੋਂ ਤੁਹਾਡਾ 8ਵਾਂ ਲੈਸਨ ਲੈ ਕੇ ਆਪਾਂ ਫਿਰ ਤੋਂ ਇਸ ਨਵੀਂ ਵੀਡੀਓ ਵਿੱਚ ਹਾਜ਼ਰ ਹਾਂ। ਪੂਰੀ ਦੀ ਪੂਰੀ ਟਰਾਂਸਲੇਸ਼ਨ ਕੀਤੀ ਜਾ ਰਹੀ ਹੈ ਇਸ ਲੈਸਨ ਦੇ ਵਿੱਚ, ਪਿਛਲੀਆਂ ਵੀਡੀਓ ਦੇ ਵਾਂਗ ਜਿਵੇਂ 7 ਲੈਸਨ ਪਹਿਲਾਂ ਪਾਏ ਗਏ। ਸਭ ਤੋਂ ਪਹਿਲਾਂ ਟੌਪ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਕਿਤਾਬਾਂ ਨੂੰ ਪੜ੍ਹਨ ਦੇ ਫਾਇਦੇ ਕੀ ਹੋਣਗੇ। ਸਿਰਫ 5ਵੀਂ ਕਲਾਸ 'ਚ ਪੜ੍ਹਨ ਵਾਲਿਆਂ ਵਾਸਤੇ ਨਹੀਂ ਹੈ, ਉਹਨਾਂ ਦੇ ਮਾਂ ਪਿਓ, ਉਹਨਾਂ ਦੇ ਭੈਣ ਭਰਾ ਜਾਂ ਜਿਹੜੇ ਪੜ੍ਹ ਚੁੱਕੇ ਨੇ, ਇੱਥੋਂ ਤੱਕ ਕਿ ਜਿਹੜੇ ਪੜ੍ਹ ਹਟੇ ਨੇ, ਵਿਹਲੇ ਨੇ, ਭਾਵੇਂ 50 ਸਾਲ ਦੇ ਹੋ ਤੁਸੀਂ, ਇਹ ਕਿਤਾਬ ਨੂੰ ਪੜ੍ਹਨ ਵਾਲੇ ਨੂੰ फ़ायदा ਕੀ ਹੋਏਗਾ। ਸਭ ਤੋਂ ਵੱਡਾ फ़ायदा ਹੋਏਗਾ ਇੰਗਲਿਸ਼ ਸਪੀਕਿੰਗ। ਜਿਹੜਾ 5ਵੀਂ ਤੋਂ 10ਵੀਂ ਤੱਕ ਦੀਆਂ ਇੰਗਲਿਸ਼ ਦੀਆਂ ਕਿਤਾਬਾਂ ਨੂੰ ਪੜ੍ਹੇਗਾ ਉਹਦੀ ਇੰਗਲਿਸ਼ ਸਪੀਕਿੰਗ ਸਹੀ ਹੋ ਜਾਏਗੀ। If you want to enhance your English speaking, then come and learn from these videos. What are you waiting for? ਮੈਂ ਕਿਹਾ ਕਾਹਦਾ ਇੰਤਜ਼ਾਰ ਕਰਦੇ ਹੋ, ਆਓ ਇਹਨਾਂ ਵੀਡੀਓਜ਼ ਤੋਂ ਸਿੱਖੋ ਤੇ ਵਰਤੋ, ਨਾਲੇ ਦੂਜਿਆਂ ਨਾਲ ਸ਼ੇਅਰ ਕਰੋ। ਦੂਸਰੀ ਚੀਜ਼ ਹੈ ਵੋਕੈਬੂਲਰੀ, ਮਤਲਬ ਕਿ ਤੁਹਾਡੀ ਭਾਸ਼ਾ ਸ਼ਬਦਾਵਲੀ 'ਚ ਵਾਧਾ ਹੋਏਗਾ। ਪਿਛਲੇ ਲੈਸਨ ਕਿੰਨੇ ਆਏ ਨੇ, ਟੂ ਫਰੋਗਸ, ਦਾ ਬੈਂਕ, ਆਵਰ ਬੈਂਕ ਆ ਗਿਆ, ਫਿਰ ਜਿਵੇਂ ਇਹ ਹੁਣ ਕੂਕਾ ਮੂਵਮੈਂਟ ਆ ਗਿਆ, ਫਿਰ ਟੂ ਫਰੋਗਸ ਤੋਂ ਪਹਿਲਾਂ ਆਇਆ ਸੀ ਦਾ ਐਲਵਸ ਐਂਡ ਦਾ ਸ਼ੂ ਮੇਕਰ। ਸੋ ਉਹ ਦੋ ਬੌਣਿਆਂ ਵਾਲੀਆਂ ਕਹਾਣੀਆਂ, ਕਿਹੜੀ ਚੀਜ਼ ਨੂੰ ਕਿੱਦਾਂ ਬੋਲਣਾ ਆ, ਚਮੜਾ ਕੱਟਣ ਨੂੰ ਕੀ ਇੱਦਾਂ, ਮਤਲਬ ਹਰ ਇੱਕ ਚੀਜ਼ 'ਤੇ ਤੁਹਾਡੀ ਪਕੜ ਵੱਧਦੀ ਜਾਏਗੀ। ਠੀਕ ਹੈ ਜੀ। ਅਤੇ ਤੀਜੀ ਚੀਜ਼ ਗ੍ਰਾਮਰ ਆ ਜਾਏਗੀ। ਸੋ ਆਓ ਫਿਰ ਸਿੱਖਣਾ ਸ਼ੁਰੂ ਕਰਦੇ ਹਾਂ। ਅੱਜ ਦੀ ਜਿਹੜੀ ਕਿਤਾਬ ਦਾ ਲੈਸਨ ਦਾ ਨਾਮ ਹੈ, ਇਹ ਹੈ ਅ ਗਲਿੰਪਸ ਫਰੋਮ ਹਿਸਟਰੀ। ਸਭ ਤੋਂ ਪਹਿਲਾਂ ਤਾਂ ਇਹ ਸਮਝੋ ਕਿ ਗਲਿੰਪਸ ਕੀ ਹੁੰਦਾ ਹੈ। ਲੈਸਨ 8 ਦੀ ਟਾਈਟਲ ਹੈ ਅ ਗਲਿੰਪਸ ਫਰੋਮ ਹਿਸਟਰੀ। ਗਲਿੰਪਸ, ਇਹਨੂੰ ਪੜ੍ਹਨਾ ਗਲਿੰਪਸ, ਗਲਿੰਪਸ, ਓਕੇ। ਸੋ ਗਲਿੰਪਸ ਦਾ ਮਤਲਬ ਹੁੰਦਾ ਆ ਝਲਕ। ਇਹਦੇ ਦੋ ਮੀਨਿੰਗ ਨੇ। ਇੱਕ ਹੁੰਦਾ ਆ ਝਲਕ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਇਤਿਹਾਸ ਦੇ ਵਿੱਚੋਂ ਝਲਕ, ਇੱਕ ਝਲਕ ਇਤਿਹਾਸ 'ਚੋਂ, ਇਹਦਾ ਹੀ ਮਤਲਬ ਆ ਫਰੋਮ ਹਿਸਟਰੀ। ਪਰ ਗਲਿੰਪਸ ਦਾ ਮਤਲਬ ਝਾਤੀ ਮਾਰਨੀ ਵੀ ਹੁੰਦੀ ਹੈ। ਠੀਕ ਆ, ਜਿੱਦਾਂ ਤੁਸੀਂ ਤੁਰੇ ਤੁਰੇ ਜਾਂਦੇ ਹੋ ਅਤੇ ਦੌੜ ਕੇ ਜਾਂਦੇ ਪਏ ਸੀ, ਇੱਕ ਦੁਕਾਨ ਦੇ ਅੱਗੋਂ ਦੀ ਲੰਘੇ ਅਤੇ ਮਾੜੀ ਜਿਹੀ ਉਹਨੂੰ ਝਾਤੀ ਮਾਰ ਕੇ ਲੰਘ ਗਏ ਅਤੇ ਤੁਸੀਂ ਕਹੋਗੇ ਆਈ ਗਲਿੰਪਸਡ। ਸੋ ਉੱਥੇ ਮੈਂ ਝਾਤੀ ਮਾਰੀ, ਗਲਿੰਪਸਡ ਹੋ ਜਾਣਾ, ਉਹ ਈ ਦੇ ਨਾਲ ਡੀ ਲੱਗ ਜਾਣੀ। ਸੋ ਆਓ ਹੁਣ ਅੱਗੇ ਚੱਲਦੇ ਹਾਂ। ਇਹ ਇਤਿਹਾਸ ਨਾਲ ਸੰਬੰਧਿਤ ਇੱਕ ਚੈਪਟਰ ਹੈ ਅਤੇ 1857 ਅਤੇ ਉਸ ਦੇ ਬਾਅਦ ਦੇ ਨਾਲ 1857 ਐਂਡ ਆਫਟਰ। 1857 ਆਫਟਰ ਦਾ ਮਤਲਬ ਬਾਅਦ 'ਚ। ਓਬਜੈਕਟਿਵਸ, ਇਸ ਚੈਪਟਰ ਨੂੰ ਕਿਉਂ ਪੜ੍ਹਨਾ ਹੈ। ਓਬਜੈਕਟਿਵਸ ਦਾ ਮਤਲਬ ਹੁੰਦਾ ਹੈ ਉਦੇਸ਼। ਇਸ ਲੈਸਨ ਨੂੰ ਪੜ੍ਹਨ ਦਾ ਮਕਸਦ ਕੀ ਹੈ, ਪੜ੍ਹਨ ਦਾ ਫ਼ਾਇਦਾ ਕੀ ਹੈ। ਇਸ ਲੈਸਨ ਨੂੰ ਪੜ੍ਹ ਕੇ ਤੁਹਾਨੂੰ ਕੀ ਫ਼ਾਇਦਾ ਮਿਲੇਗਾ। ਸਭ ਤੋਂ ਵੱਡਾ ਫ਼ਾਇਦਾ ਤੁਹਾਨੂੰ ਇਹਦੇ 'ਚ ਇਹ ਹੋ ਰਿਹਾ ਹੈ ਟੂ ਇੰਡੀਕੇਟ ਦ ਕਨੈਕਸ਼ਨ ਬਿਟਵੀਨ ਟੂ ਟਾਈਮ ਪੀਰੀਅਡਸ। ਦੋ ਟਾਈਮ ਪੀਰੀਅਡਸ ਦੇ ਵਿਚਕਾਰ ਤੁਹਾਨੂੰ ਇਹ ਸਮਝ ਲੱਗੇਗੀ ਕਿ ਕਨੈਕਸ਼ਨ ਕਿੱਦਾਂ ਜੁੜਦਾ ਹੈ। ਸੋ ਇਹ ਦੱਸਣ ਵਾਸਤੇ ਲੈਸਨ ਹੈ, ਇੰਡੀਕੇਟ ਹੁੰਦਾ ਹੈ ਇਸ਼ਾਰਾ ਕਰਨ ਵਾਸਤੇ ਜਾਂ ਸਮਝਾਉਣ ਵਾਸਤੇ। ਤੁਹਾਨੂੰ ਇਸ ਚੀਜ਼ ਦੇ ਉੱਤੇ ਚਾਨਣਾ ਪਾਇਆ ਜਾ ਰਿਹਾ ਕਿ ਜਿਹੜਾ 1857 'ਚ ਜਿਹੜੀਆਂ ਗੱਲਾਂ ਹੋਈਆਂ ਸੀ ਉਹ ਪਾਸਟ ਵਿੱਚ ਸੀ। ਸੋ ਪਾਸਟ ਵਿੱਚ ਜ਼ਿਆਦਾ ਲੈਸਨ ਹੋਏਗਾ ਵੀ ਪਾਸਟ ਦੇ ਸੈਂਟੈਂਸ ਕਿਵੇਂ ਬਣਦੇ ਨੇ। ਸਟੋਰੀਜ਼ ਦਾ ਸਭ ਤੋਂ ਵਧੀਆ ਫ਼ਾਇਦਾ ਇਹ ਹੈ ਕਿ ਉਸ 'ਚ ਤੁਹਾਨੂੰ ਪਾਸਟ ਟੈਂਸ ਬੜੇ ਵਧੀਆ ਆ ਜਾਂਦੇ ਨੇ। ਅੱਗੇ ਕੀ ਲਿਖਿਆ, ਦਸ ਮਤਲਬ ਇਸ ਤਰ੍ਹਾਂ। ਗਿਵਿੰਗ ਨੌਲੇਜ ਅਬਾਊਟ ਟੈਂਸਸ, ਇਸ ਤਰ੍ਹਾਂ ਨੌਲੇਜ ਦੇ ਰਹੇ ਨੇ। ਗਿਵਿੰਗ ਦਾ ਮਤਲਬ ਹੈ ਦੇਣਾ, ਇੱਥੇ ਗਿਵਿੰਗ ਦਾ ਮਤਲਬ ਹੈ ਵੀ ਦਿੱਤੀ ਜਾ ਰਹੀ ਹੈ, ਨੌਲੇਜ ਦਿੱਤੀ ਜਾ ਰਹੀ ਹੈ ਅਬਾਊਟ ਟੈਂਸਸ। ਵੱਖਰੇ ਵੱਖਰੇ ਵਾਕਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਤੁਹਾਨੂੰ ਪਾਸਟ ਵਾਲੇ ਟੈਂਸਸ ਨੂੰ ਬੋਲਣਾ ਆਏਗਾ ਅਤੇ ਵਰਤਣਾ ਆਏਗਾ। ਫਿਰ ਦੂਸਰਾ ਕੀ ਉਦੇਸ਼ ਹੈ ਇਸ ਲੈਸਨ ਦਾ, ਟੂ ਮੇਕ ਦ ਸਟੂਡੈਂਟਸ ਅਵੇਅਰ। ਟੂ ਮੇਕ ਦ ਸਟੂਡੈਂਟਸ ਅਵੇਅਰ ਮਤਲਬ ਕਿ ਜਾਗਰੂਕ ਕਰਨਾ, ਸਮਝਾਉਣਾ ਸਟੂਡੈਂਟਸ ਨੂੰ ਇਸ ਗੱਲ ਬਾਰੇ। ਅਬਾਊਟ ਮਤਲਬ ਬਾਰੇ। ਦ ਫਰੀਡਮ ਫਾਈਟਰਸ, ਫਰੀਡਮ ਹੁੰਦਾ ਆਜ਼ਾਦੀ, ਅਤੇ ਫਾਈਟਰਸ ਹੁੰਦੇ ਨੇ ਜਿਹੜੇ ਜੁਝਾਰੂ ਹੁੰਦੇ ਨੇ, ਜਿਹੜੇ ਜੂਝਦੇ ਨੇ, ਜਿਹੜੇ ਲੜਦੇ ਨੇ, ਉਹਨਾਂ ਨੂੰ ਫਾਈਟਰ ਕਹਿੰਦੇ ਨੇ। ਫਰੀਡਮ ਫਾਈਟਰ ਮਤਲਬ ਆਜ਼ਾਦੀ ਦੀ ਜੰਗ ਲੜਨ ਵਾਲੇ। ਪੰਜਾਬੀ 'ਚ ਇੱਕ ਵਰਡ ਹੈ ਆਜ਼ਾਦੀ ਘੁਲਾਟੀਏ, ਜਾਂ ਆਜ਼ਾਦੀ ਵਾਸਤੇ ਲੜਨ ਵਾਲੇ ਜੁਝਾਰੂ। ਐਂਡ ਦੇਅਰ, ਹੁਣ ਆਹ ਵਾਲਾ ਜਿਹੜਾ ਦੇਅਰ ਲਿਖਿਆ ਹੈ ਇਹਦੇ ਉੱਤੇ ਧਿਆਨ ਦਿਓ, ਇਹ THEIR ਲਿਖਿਆ ਹੈ। ਠੀਕ ਹੈ, ਵੈਸੇ ਜਿਹੜਾ ਦੇਅਰ ਹੁੰਦਾ ਹੈ ਉਹ ਹੁੰਦਾ ਹੈ ERE। ਤਾਂ ਇਹਦੇ ਵਿੱਚ ਅਤੇ ਉਹਦੇ 'ਚ ਕੀ ਫ਼ਰਕ ਹੈ। ਇਹਦਾ ਮਤਲਬ ਹੈ, ਇਸ ਦੇਅਰ ਦਾ ਮਤਲਬ ਹੈ ਐਂਡ ਦੇਅਰ ਸੈਕਰੀਫਾਈਸਿਸ ਫਾਰ ਇੰਡੀਪੈਂਡੈਂਸ। ਦੇਅਰ ਦਾ ਮਤਲਬ ਹੈ ਉਹਨਾਂ ਦੀਆਂ, ਇੱਥੇ ਇਹਦਾ ਮਤਲਬ ਹੈ ਉਹਨਾਂ ਦੀਆਂ। ਜਿਹੜਾ ਦੂਸਰਾ ਦੇਅਰ ਵਰਡ ਆਉਂਦਾ ਹੈ THERE, ਉਹਦਾ ਮਤਲਬ ਹੁੰਦਾ ਹੈ ਉੱਥੇ, ਪਰ ਇਹਦਾ ਮਤਲਬ ਹੈ ਦੇਅਰ ਦਾ ਉਹਨਾਂ ਦੀਆਂ, ਦੇਅਰ ਸੈਕਰੀਫਾਈਸਿਸ। ਫਰੀਡਮ ਫਾਈਟਰਸ ਜਿਹੜੇ ਨੇ ਉਹਨਾਂ ਬਾਰੇ ਇਸ ਲੈਸਨ 'ਚ ਦੱਸਿਆ ਜਾ ਰਿਹਾ ਹੈ, ਅਤੇ ਉਹਨਾਂ ਦੀਆਂ, ਦੇਅਰ ਮਤਲਬ ਉਹਨਾਂ ਦੀਆਂ, ਸੈਕਰੀਫਾਈਸਿਸ ਮਤਲਬ ਕੁਰਬਾਨੀਆਂ, ਫਾਰ ਇੰਡੀਪੈਂਡੈਂਸ ਆਜ਼ਾਦੀ ਵਾਸਤੇ।
ਇਹਨੂੰ ਕੀ ਪੜ੍ਹਨਾ ਹੈ? ਇਨਡਿਪੈਂਡੈਂਸ। ਆ ਮੈਂ ਇੱਥੇ ਲਿਖਿਆ ਹੋਇਆ, ਤੁਹਾਡੇ ਸਾਹਮਣੇ ਆ ਰਿਹਾ, ਠੀਕ ਹੈ। ਇਨਡਿਪੈਂਡੈਂਸ, ਡਿਪੈਂਡੈਂਸ, ਇੰਡੀਪੈਂਡੈਂਸ, ਇੰਡੀਪੈਂਡੈਂਸ ਨਹੀਂ ਕਹਿਣਾ, ਇੰਡੀਪੈਂਡੈਂਸ, ਇੰਡੀਪੈਂਡੈਂਸ। ਓਕੇ, ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਹੜਾ ਵੀ ਵਰਡ ਤੁਹਾਨੂੰ ਦੱਸਣਾ ਹੈ ਪਹਿਲਾਂ ਮੈਂ ਆਪ ਮੇਕ ਸ਼ੋਰ ਕਰਦਾ ਹਾਂ ਕਿ ਗੋਰਿਆਂ ਦੀ ਭਾਸ਼ਾ 'ਚ ਉਹਨੂੰ ਲਹਿਜ਼ੇ 'ਚ ਉਹਨੂੰ ਕਿੱਦਾਂ ਬੋਲਦੇ ਨੇ, ਹਾਊ ਦੇ ਪ੍ਰੋਨਾਊਂਸ ਥੀਸ ਵਰਡਸ। ਬਿਫੋਰ ਆਈ ਟੈਲ ਯੂ ਆਈ ਮੇਕ ਸ਼ੋਰ ਹਾਊ ਟੂ ਯੂਜ਼ ਥੀਸ ਵਰਡਸ। ਓਕੇ, ਮੈਂ ਪਹਿਲਾਂ ਇਸ ਚੀਜ਼ ਨੂੰ ਆਪ ਦੇਖਦਾ ਹਾਂ ਕਿ ਇਹਦੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਰਹੀ। ਫਿਰ ਵੀ ਹੋ ਵੀ ਸਕਦੀ ਹੈ, ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਾਲ ਤਿਆਰੀ ਕਰਦਾ ਵਾਂ ਕਿ ਕੁਛ ਗਲਤ ਨਾ ਚਲਾ ਜਾਏ ਮੈਸੇਜ ਤੁਹਾਡੇ ਕੋਲ। ਸੋ ਸਟੂਡੈਂਟਸ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰਨਾ ਕਿ ਫਰੀडम ਫਾਈਟਰਸ ਜਿਹੜੇ ਆਜ਼ਾਦੀ ਦੇ ਜੁਝਾਰੂ ਸਨ, ਉਹਨਾਂ ਨੇ ਕੀ ਕੀਤਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਕੀ ਸੀ। ਨਵੇਂ ਵਰਡਸ ਆ ਰਹੇ ਨੇ ਇਹਦੇ ਵਿੱਚ। ਗਲਿੰਪਸ, ਗਲਿੰਪਸ ਦਾ ਮਤਲਬ ਹੈ ਝਲਕ। ਪਹਿਲਾ ਮੀਨਿੰਗ ਹੈ ਝਲਕ, ਕਿਸੇ ਚੀਜ਼ ਦੀ ਝਲਕ, ਠੀਕ ਆ। ਅਤੇ ਦੂਸਰਾ ਆ ਝਾਤੀ ਮਾਰਨੀ। ਅਤੇ ਆਹ ਥੱਲੇ ਵਰਡ ਆ, ਇਹਦੀ ਪੰਜਾਬੀ ਮੈਂ ਇੱਥੇ ਪੰਜਾਬੀ 'ਚ ਕਿਵੇਂ ਲਿਖਿਆ ਹੋਇਆ ਕਿ ਇਹਨੂੰ ਕਿੱਦਾਂ ਬੋਲਣਾ। ਆਰਡੀਨਰੀ, ਓਰਡੀ, ਉਹ ਊੜੇ ਦਾ ਮੂੰਹ ਖੁੱਲ੍ਹਾ ਆ, ਠੀਕ ਆ। ਆਰਡੀਨਰੀ, ਆਰਡੀਨਰੀ ਦਾ ਮਤਲਬ ਹੁੰਦਾ ਆ ਸਾਧਾਰਨ, ਆਮ। ਜਿੱਦਾਂ ਕੋਈ ਚੀਜ਼ ਆਮ ਜਿਹੀ ਹੋਵੇ ਤਾਂ ਤੁਸੀਂ ਕਹੋਗੇ ਦਿਸ ਇਜ਼ ਆਰਡੀਨਰੀ ਥਿੰਗ। ਅਤੇ ਜੇ ਕੋਈ ਚੀਜ਼ ਅਸਾਧਾਰਨ ਹੋਵੇ, ਵੱਖਰੀ ਹੋਵੇ, ਵੀ ਬਾਕੀ ਚੀਜ਼ਾਂ ਠੀਕ ਹੈ ਸਧਾਰਨ ਜਿਹੀਆਂ ਪਈਆਂ ਨੇ, ਪਰ ਇੱਕ ਚੀਜ਼ ਉਹਨਾਂ 'ਚੋਂ ਵੱਖਰੀ ਜਿਹੀ ਲੱਗਦੀ ਹੈ, ਤੁਸੀਂ ਕਹੋਗੇ ਦਿਸ ਇਜ਼ ਐਕਸਟਰਾ ਆਰਡੀਨਰੀ। ਸੋ ਉਹਦੇ ਨਾਲ ਐਕਸਟਰਾ ਲੱਗ ਜਾਣਾ ਅੱਗੇ, ਅਸਾਧਾਰਨ, ਠੀਕ ਆ। ਜਿੱਦਾਂ ਕੋਈ ਵੀ ਦੁਨੀਆ 'ਤੇ ਕੰਮ ਆ, ਤੁਸੀਂ ਸਾਰਿਆਂ ਨੂੰ ਦੇਖਦੇ ਹੋ ਕਿ ਉਹ ਸਧਾਰਨ ਹੈ। ਜਿੱਦਾਂ ਇੱਕ ਬੰਦਾ ਸਾਈਕਲ ਚਲਾ ਰਿਹਾ, ਨਿਆਣਾ ਕੋਈ ਜਾਂ ਬੱਚਾ ਕੋਈ, ਤਾਂ ਸਾਈਕਲ ਇੱਕ ਟਾਇਰ 'ਤੇ ਜੇ ਕੋਈ ਚਲਾਉਂਦਾ ਹੋਵੇ ਤਾਂ ਤੁਸੀਂ ਕਹੋਗੇ ਦਿਸ ਇਜ਼ ਐਕਸਟਰਾ ਆਰਡੀਨਰੀ। ਇਹੋ ਜਿਹੇ ਪੰਗੇ ਲੈਣ ਤੋਂ ਪਹਿਲਾਂ ਘਰਦਿਆਂ ਦੀ ਪਰਮਿਸ਼ਨ ਜ਼ਰੂਰੀ ਹੈ। ਮੁੜ ਕੇ ਮੈਨੂੰ ਨਾ ਕਿਹੋ ਜਿਹੇ, ਪਰ ਕਹਿਣ ਦਾ ਮਤਲਬ ਹੈ ਮੈਂ ਉਦਾਹਰਨ ਦੇ ਰਿਹਾ ਤੁਹਾਨੂੰ, ਜਸਟ ਐਗਜ਼ਾਮਪਲ ਦੇ ਰਿਹਾ। ਸੋ ਐਕਸਟਰਾ ਆਰਡੀਨਰੀ ਉਹ ਚੀਜ਼ ਹੁੰਦੀ ਜਿਹੜੀ ਅੱਡ ਹੋਵੇ, ਵੱਖਰੀ ਹੋਵੇ ਕਿਸੇ ਚੀਜ਼ ਤੋਂ। ਡਿਸਕਰੇਜ, ਕੀ ਪੜ੍ਹਨਾ ਇਹਨੂੰ? ਡਿਸਕਰੇਜ, ਕਰੇਜ। ਡਿਸਕਰੇਜ ਦਾ ਮਤਲਬ ਹੁੰਦਾ ਹੈ ਹੌਸਲਾ ਤੋੜ ਦੇਣਾ ਕਿਸੇ ਦਾ, ਠੀਕ ਆ। ਸੋ ਜਦੋਂ ਤੁਸੀਂ ਜ਼ਿਆਦਾ ਮਿਹਨਤ ਕਰਦੇ ਹੋ ਕਿਸੇ ਗੇਮ ਦੇ ਵਿੱਚ, ਮੰਨ ਲਓ ਤੁਸੀਂ ਕਬੱਡੀ ਦੇ ਖਿਡਾਰੀ ਹੋ ਅਤੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ, ਅਤੇ ਤੁਹਾਡੀ ਮਿਹਨਤ ਵੱਲ ਵੇਖ ਕੇ ਦੂਜਿਆਂ ਦਾ ਹੌਸਲੇ ਟੁੱਟ ਜਾਣੇ ਵੀ ਯਾਰ ਇਹ ਤਾਂ ਬੜਾ ਮਿਹਨਤੀ ਬੰਦਾ, ਇਹਨੂੰ ਹਰਾਉਣਾ ਕਿੱਦਾਂ ਆ। ਸੋ ਡਿਸਕਰੇਜ ਹੋ ਜਾਣਗੇ। ਪਰ ਡਿਸਕਰੇਜ ਨਹੀਂ ਕਰਨਾ ਕਿਸੇ ਨੂੰ, ਨਾ ਹੀ ਆਪ ਹੋਣਾ, ਆਪਣੀ ਮਿਹਨਤ ਕਰੀ ਜਾਓ। ਅਗਲਾ ਵਰਡ ਹੈ ਸਪੈਕਟੇਟਰ। ਬਹੁਤ ਪਿਆਰਾ ਵਰਡ ਹੈ। ਲੋਕ ਕਹਿੰਦੇ ਨੇ ਪੰਜਾਬ ਬੋਰਡ ਦੀਆਂ ਕਿਤਾਬਾਂ ਜੀ ਇਹ ਕਿਸੇ ਕੰਮ ਨਹੀਂ ਜੀ, ਪੰਜਾਬੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ। ਇਹਨਾਂ ਨੂੰ ਬਾਹਲਾ ਪਤਾ ਆ, ਕਦੇ ਕਿਤਾਬ ਖੋਲ੍ਹ ਕੇ ਵੇਖੀ ਹੈ ਇਹਨਾਂ ਨੇ। ਹੁਣ ਕੀ ਇਹਦੇ 'ਚ ਹੈ ਜਿਹੜੀ ਇੰਗਲਿਸ਼ ਲਿਖੀ ਹੈ ਗਲਤ ਹੈ? ਮੈਂ ਤਾਂ ਕਹਿੰਦਾ ਕਮਾਲ ਦੀਆਂ ਚੀਜ਼ਾਂ ਨੇ ਇਹਦੇ ਵਿੱਚ, ਤਾਂ ਮੈਨੂੰ ਤਾਂ ਬਹੁਤ ਸਿੱਖਣ ਨੂੰ ਮਿਲ ਰਿਹਾ, ਮੈਂ ਖੁਦ ਸਿੱਖ ਰਿਹਾ ਮੈਂ ਇਹਦੇ 'ਚੋਂ। ਸੋ ਐਵੇਂ ਆਪਣੇ ਆਪ ਨੂੰ ਮਾੜਾ ਫੀਲ ਨਾ ਕਰੋ ਜੇ ਤੁਸੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਤੋਂ ਪੜ੍ਹ ਰਹੇ ਹੋ। ਕਿਤਾਬ ਹੁੰਦੀ, ਉਹ ਭਾਵੇਂ 15 ਰੁਪਈਆਂ ਦੀ ਹੋਵੇ ਅਤੇ ਭਾਵੇਂ 1500 ਦੀ ਹੋਵੇ, ਕਿਤਾਬ ਹੀ ਹੁੰਦੀ। ਰੱਦੀ 'ਚ ਵੀ ਪਈ ਕਿਤਾਬ ਹੀ ਹੁੰਦੀ। ਇਹ ਲਿਖਿਆ ਸਪੈਕਟੇਟਰ, ਕਿੰਨਾ ਵਧੀਆ ਵਰਡ ਲਿਖਿਆ, ਸਪੈਕਟੇਟਰ। ਸਪੈਕਟੇਟਰ ਹੁੰਦਾ ਹੈ ਜਿੱਦਾਂ ਫੁੱਟਬਾਲ ਦਾ ਮੈਚ ਲੱਗਿਆ ਅਤੇ ਲੋਕ ਬਾਹਰ ਖਲੋਤੇ ਵੇਖਦੇ ਹੁੰਦੇ ਨਾ, ਉਹਨੂੰ ਕਹਿੰਦੇ ਨੇ ਸਪੈਕਟੇਟਰ। ਅਤੇ ਸਪੈਕਟੇਟਰ ਕੀ ਕਰਦੇ ਨੇ, ਵਿੱਚ ਜਾ ਕੇ ਨਹੀਂ ਖੇਡਦੇ, ਬਾਹਰ ਮੈਚ ਹੀ ਵੇਖਦੇ ਆ ਨਾ, ਆਪਣਾ ਬਾਊਂਡਰੀ ਤੋਂ ਬਾਹਰ ਬੈਠੇ ਹੁੰਦੇ ਨੇ, ਉਹ ਵੇਖ ਰਹੇ ਹੁੰਦੇ ਨੇ। ਅਤੇ ਦੂਸਰਾ ਇਸ ਸਪੈਕਟੇਟਰ ਦਾ ਮਤਲਬ ਹੁੰਦਾ ਹੈ ਤਮਾਸ਼ਬੀਨ, ਤਮਾਸ਼ਾ ਵੇਖਣ ਵਾਲਾ। ਬਈ ਕੋਈ ਗਲਤ ਕੰਮ ਹੋ ਰਿਹਾ ਹੈ, ਬਈ 4 ਜਣੇ ਰਲ ਕੇ ਇੱਕ ਵਿਚਾਰੇ ਗਰੀਬ ਜਿਹੇ ਨੂੰ ਕੁੱਟੀ ਜਾਂਦੇ ਆ ਨਾ, ਅਤੇ ਆਲੇ ਦੁਆਲੇ ਲੋਕ ਖਲੋਤੇ ਉੱਥੇ ਵੀਡੀਓ ਬਣਾਈ ਜਾਂਦੇ ਨੇ। ਉਹ ਜਿਹੜੇ ਲੋਕ ਖਲੋਤੇ ਬੋਲਦੇ ਨਹੀਂ ਨਾ, ਉਹਨਾਂ ਨੂੰ ਕਹਿੰਦੇ ਨੇ ਸਪੈਕਟੇਟਰਸ, ਅਤੇ ਉਹ ਤਮਾਸ਼ਬੀਨ ਹੁੰਦੇ ਨੇ। ਆਹ ਵਰਡ ਹੈ ਕੈਨਨ। ਕੈਨਨ ਦਾ ਮਤਲਬ ਹੁੰਦਾ ਤੋਪ, ਠੀਕ ਆ। ਇਹ ਨਾਊਨ ਹੈ, ਇਹ 'ਚ ਬਾਹਲੀ ਕੋਈ ਟੈਨਸ਼ਨ ਨਹੀਂ, ਇਹ ਸਿੱਧਾ ਯਾਦ ਹੈ। ਕੈਨਨ ਮਤਲਬ ਤੋਪ। ਸਟੈਚਰ, ਹੁਣ ਆਹ ਦੇਖੋ ਵਰਡ, ਮੈਂ ਮੇਕ ਸ਼ੋਰ ਕਰ ਲੈਣ, ਤੁਸੀਂ ਗੂਗਲ 'ਤੇ ਜਾ ਕੇ ਕ੍ਰੋਸ ਚੈਕਿੰਗ ਕਰ ਸਕਦੇ ਹੋ ਕਿ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਇਹਦੇ 'ਚ ਕੋਈ ਵਰਡ ਮੈਂ ਗਲਤ ਤਾਂ ਨਹੀਂ ਲਿਖ ਦਿੱਤਾ ਕਿਤੇ, ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ, ਠੀਕ ਹੈ। ਜੇ ਹੋਈ ਮਿਸਟੇਕ ਤਾਂ ਮੇਰੇ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ, ਜੇ ਨਾ ਹੋਈ ਤੁਹਾਨੂੰ ਵਧੀਆ ਲੱਗੇ ਤਾਂ ਵੀ ਕਮੈਂਟਸ 'ਚ ਦੱਸਿਓ। ਸਟੈਚਰ ਦਾ ਮਤਲਬ ਹੁੰਦਾ ਹੈ ਆਪਾਂ ਜਿੱਦਾਂ ਕਹਿ ਦਿੰਦੇ ਹਾਂ ਲੰਬਾਈ, ਕਿਸੇ ਬੰਦੇ ਦੀ ਹਾਈਟ, ਉਹਨੂੰ ਕਹਿੰਦੇ ਨੇ ਸਟੈਚਰ। ਸੋ ਇਸ ਤੋਂ ਬਾਅਦ ਅੱਗੇ ਚਲੀਏ। ਪ੍ਰੀ ਰੀਡਿੰਗ ਸਭ ਤੋਂ ਪਹਿਲਾਂ, ਵੈਨ ਡਿਡ ਇੰਡੀਆ ਗੈਟ ਇੰਡੀਪੈਂਡੈਂਸ। ਗੈਟ ਦਾ ਮਤਲਬ ਹੁੰਦਾ ਹੈ ਮਿਲੀ ਜਾਂ ਪ੍ਰਾਪਤ ਕਰਨਾ, ਮਿਲਣਾ, ਠੀਕ ਆ, ਲੈਣਾ, ਇਸ ਤਰ੍ਹਾਂ। ਹੁਣ ਇੱਥੇ ਡਿਡ ਲੱਗਿਆ ਹੈ, ਮਤਲਬ ਪਾਸਟ ਟੈਂਸ ਹੈ। ਡੂ ਫਸਟ ਫਾਰਮ ਹੁੰਦੀ ਹੈ, ਡਿਡ ਸੈਕਿੰਡ ਫਾਰਮ ਹੁੰਦੀ ਹੈ। ਵੈਨ ਮਤਲਬ ਕਦੋਂ, ਵੈਨ ਡਿਡ ਇੰਡੀਆ ਗੈਟ ਇੰਡੀਪੈਂਡੈਂਸ।
ਇੰਡੀਪੈਂਡੈਂਸ ਦਾ ਮਤਲਬ ਪਤਾ ਤੁਹਾਨੂੰ, ਆਜ਼ਾਦੀ। ਇੰਡੀਆ ਨੂੰ ਆਜ਼ਾਦੀ ਕਦੋਂ ਮਿਲੀ? ਕਦੋਂ, ਵੈਨ ਨੂੰ ਕਦੋਂ ਕਵਾਂਗੇ। ਡਿਡ ਗੈਟ ਦਾ ਮਤਲਬ ਹੈ ਮਿਲੀ। ਜੇ ਇੱਥੇ GOT ਗੌਟ ਲਿਖਿਆ ਹੁੰਦਾ ਤਾਂ ਉਹਦਾ ਮਤਲਬ ਹੈ ਉਹ ਪਾਸਟ ਟੈਂਸ ਹੋ ਜਾਂਦਾ ਸੀ। ਗੈਟ ਗੌਟ ਸੈਕਿੰਡ ਫਾਰਮ ਹੋ ਜਾਂਦੀ ਹੈ, ਪਰ ਹੁਣ ਇੱਥੇ ਫਸਟ ਫਾਰਮ ਲੱਗੀ ਹੈ, ਗੌਟ ਨਹੀਂ ਲੱਗਿਆ ਕਿਉਂਕਿ ਇੱਥੇ ਡਿਡ ਲੱਗ ਗਿਆ, ਸੈਕਿੰਡ ਫਾਰਮ ਵਾਲਾ ਇੱਥੇ ਆ ਗਿਆ ਹੈ। ਉਹ ਇਹ ਟੈਨਸ਼ਨ ਨਾ ਲਿਓ ਵੀ ਇੱਥੇ ਪਾਸਟ ਟੈਂਸ ਹੈ ਵੀ ਆਜ਼ਾਦੀ ਕਦੋਂ ਮਿਲੀ, ਪਰ ਇੱਥੇ ਫਿਰ ਸੈਕਿੰਡ ਫਾਰਮ ਆਉਣੀ ਚਾਹੀਦੀ ਸੀ, ਨਹੀਂ ਇੱਥੇ ਫਸਟ ਫਾਰਮ ਆਉਣੀ ਕਿਉਂਕਿ ਇੱਥੇ ਡਿਡ ਲੱਗ ਚੁੱਕਾ ਹੈ। ਠੀਕ ਹੈ, ਜਿੱਦਾਂ ਮੈਂ ਬ੍ਰੇਕਫਾਸਟ ਕੀਤਾ, ਸੋ ਉੱਥੇ ਕੀਤਾ ਰੋਟੀ ਖਾਧੀ, ਖਾਣ ਦੀ ਇੰਗਲਿਸ਼ ਹੁੰਦੀ ਈਟ, ਸੋ ਉੱਥੇ ਬੋਲਾਂਗਾ ਵੀ ਆਈ ਏਟ, ਸੈਕਿੰਡ ਫਾਰਮ ਆ ਜਾਏਗੀ। ਅਤੇ ਜੇ ਆਪਾਂ ਕਿਸੇ ਨੂੰ ਪੁੱਛਾਂਗੇ ਤੂੰ ਰੋਟੀ ਖਾਧੀ, ਡਿਡ ਆ ਜਾਏਗਾ ਪਹਿਲਾਂ, ਤਾਂ ਫਿਰ ਜਦੋਂ ਡਿਡ ਲੱਗ ਜਾਏਗਾ ਤਾਂ ਫਿਰ ਵਰਬ ਦੀ ਫਸਟ ਫਾਰਮ ਲੱਗ ਜਾਏਗੀ, ਈਟ ਲੱਗ ਜਾਏਗੀ, ਏਟ ਨਹੀਂ ਆਏਗਾ। ਖੈਰ, ਕੈਨ ਯੂ ਨੇਮ ਸਮ ਫਰੀडम ਫਾਈਟਰਸ ਆਫ ਇੰਡੀਆ। ਕੈਨ ਯੂ ਨੇਮ ਮਤਲਬ ਕਿ ਤੁਸੀਂ ਦੱਸ ਸਕਦੇ ਹੋ, ਸਮ ਮਤਲਬ ਕੁਝ, ਫਰੀडम ਫਾਈਟਰਸ ਮਤਲਬ ਆਜ਼ਾਦੀ ਦੇ ਜਿਹੜੇ ਜੁਝਾਰੂ ਸੀ, ਉਹਨਾਂ ਦੇ ਨਾਮ ਜਿਹੜੇ ਭਾਰਤ ਦੀ ਆਜ਼ਾਦੀ ਵਾਸਤੇ ਲੜੇ ਸੀ। ਕੈਨ ਯੂ ਨੇਮ ਸਮ ਫਰੀडम ਫਾਈਟਰਸ ਆਫ ਇੰਡੀਆ। ਸੋ ਜੇ ਤੁਹਾਨੂੰ ਪਤਾ ਨੇ ਤਾਂ ਕਮੈਂਟ ਬਾਕਸ 'ਚ ਦੱਸੋ। ਆਹ ਕੁਐਸਚਨ ਤਾਂ ਹਮੇਸ਼ਾ ਹਰ ਲੈਸਨ ਦੀ ਪ੍ਰੀ ਰੀਡਿੰਗ 'ਚ ਆਉਂਦਾ ਹੀ ਪਿਆ ਆ, ਅਤੇ ਬਹੁਤ ਹੀ ਸੋਹਣਾ ਤਰੀਕੇ ਨਾਲ ਬਣਦਾ। ਹੈਵ ਯੂ ਐਵਰ ਹਰਡ ਅਬਾਊਟ, ਹੈਵ ਯੂ ਐਵਰ ਹਰਡ, ਆ ਇੰਨੀ ਕੁ ਲਾਈਨ 'ਤੇ ਤੁਸੀਂ ਰਟਾ ਮਾਰ ਹੀ ਲਓ। ਇਹਦਾ ਸਿੱਧਾ ਜਿਹਾ ਮਤਲਬ ਹੈ ਵੀ ਤੁਸੀਂ ਕਦੇ ਸੁਣਿਆ। ਹੈਵ ਯੂ ਐਵਰ ਹਰਡ, ਕੀ ਮਤਲਬ ਇਹਦਾ? ਹੈਵ ਯੂ ਐਵਰ ਹਰਡ। ਮੈਂ ਕਿਉਂ ਕਿਹਾ ਸੀ ਕਿ ਇਹ ਕਿਤਾਬ ਸਾਰਿਆਂ ਦੇ ਕੰਮ ਦੀ ਹੈ, ਭਾਵੇਂ ਤੁਸੀਂ ਪੇਪਰ ਦੇਣੇ ਆ ਨਹੀਂ ਦੇਣੇ ਫਿਰ ਕੀ ਹੋਇਆ, ਪਰ ਇਹ ਕਿਤਾਬ ਕਿਉਂ ਕੰਮ ਦੀ? ਕਿਉਂਕਿ ਇੰਗਲਿਸ਼ ਬੋਲਣੀ ਆਉਂਦੀ ਹੈ ਇੱਥੋਂ। ਹੈਵ ਯੂ ਐਵਰ ਹਰਡ, ਕੀ ਤੁਸੀਂ ਕਦੇ ਸੁਣਿਆ? ਸੋ ਅੱਗੇ ਲੱਗ ਜਾਏਗਾ ਅਬਾਊਟ, ਅਬਾਊਟ ਦਾ ਮਤਲਬ ਬਾਰੇ। ਹੁਣ ਉਦੋਂ ਅੱਗੇ ਤੁਸੀਂ ਜੋ ਮਰਜ਼ੀ ਲਿਖ ਦਿਓ, ਕੂਕਾ ਮੂਵਮੈਂਟ, ਹੈਵ ਯੂ ਐਵਰ ਹਰਡ ਅਬਾਊਟ ਕੂਕਾ ਮੂਵਮੈਂਟ, ਹੈਵ ਯੂ ਐਵਰ ਹਰਡ ਅਬਾਊਟ ਕਰੋਨਾ ਵਾਇਰਸ, ਹੈਵ ਯੂ ਐਵਰ ਹਰਡ ਅਬਾਊਟ, ਕਿਸੇ ਵੀ ਚੀਜ਼ ਦਾ ਨਾਂ ਲਿਖ ਦਿਓਗੇ ਫਿਰ ਉਹੀ ਹੋ ਜਾਵੇ। ਤੁਸੀਂ ਕਰੋਨਾ ਵਾਇਰਸ ਬਾਰੇ ਸੁਣਿਆ, ਕੂਕਾ ਮੂਵਮੈਂਟ ਬਾਰੇ ਸੁਣਿਆ, ਠੀਕ ਆ। ਸੋ ਅਬਾਊਟ ਤੋਂ ਬਾਅਦ ਜਿਹੜਾ ਵਰਡ ਲਿਖੋਗੇ ਫਿਰ ਉਹ ਆਪਣੇ ਆਪ ਬਣ ਜਾਏਗੀ, ਲਾਈਨ ਪੂਰੀ ਬਣ ਜਾਏਗੀ। ਇੱਦਾਂ ਇੰਗਲਿਸ਼ ਸਿੱਖਣੀ ਹੈ। ਚਲੋ ਅੱਗੇ ਚਲੀਏ। ਅੱਛਾ, ਇਹਦਾ ਮਤਲਬ ਹੈ ਕੂਕਾ ਮੂਵਮੈਂਟ ਜਿਹੜੀ ਹੈ ਲਹਿਰ ਹੈ, ਜਿਹਦੇ ਬਾਰੇ ਪੂਰਾ ਲੈਸਨ ਹੈ। ਕੂਕਾ ਮੂਵਮੈਂਟ ਆਜ਼ਾਦੀ ਦੇ ਹੱਕ ਦੇ ਵਿੱਚ, ਭਾਰਤ ਦੀ ਆਜ਼ਾਦੀ ਦੇ ਹੱਕ ਵਿੱਚ ਇੱਕ ਲਹਿਰ ਉੱਠੀ ਸੀ ਜਿਹਨੂੰ ਕੂਕਾ ਮੂਵਮੈਂਟ ਕਿਹਾ ਜਾਂਦਾ ਹੈ, ਉਹਦੇ ਬਾਰੇ ਲੈਸਨ ਹੈ। ਹੁਣ ਇੱਥੇ ਆ ਗਿਆ ਦ ਈਅਰ 1857, 18, ਠੀਕ ਹੈ, 80 ਹੁੰਦਾ 80, 80, ਪਰ ਇਹ ਹੈਗਾ 1857। 1857 was not an ordinary year। ordinary ਦਾ ਮਤਲਬ ਸਧਾਰਨ, ਠੀਕ ਹੈ, ordinary ਉੱਤੇ ਲਿਖਤਾ ਸੀ ਮੈਂ। ਖੈਰ, the year 1857 was not an ordinary year। year ਮਤਲਬ ਸਾਲ। ਸਾਲ 1857 ਕੋਈ ਸਧਾਰਨ ਸਾਲ ਨਹੀਂ ਸੀ। was not ਦਾ ਮਤਲਬ ਨਹੀਂ ਸੀ, ਇਹ ਸਧਾਰਨ ਸਾਲ ਨਹੀਂ ਸੀ, ਇਹ 'ਚ ਕੁਛ ਖਾਸ ਹੋਇਆ ਸੀ। 1857 'ਚ ਕੀ ਹੋਇਆ ਸੀ? ਦ ਪੀਪਲ ਆਫ ਇੰਡੀਆ, ਪੀਪਲ ਆਫ ਇੰਡੀਆ, ਭਾਰਤ ਦੇ ਲੋਕ, ਦ ਪੀਪਲ ਆਫ ਇੰਡੀਆ, ਐਵਰੀਵੇਅਰ, ਐਵਰੀਵੇਅਰ ਇਹ ਵਰਡ ਰਟਾ ਮਾਰ ਲਓ, ਸਮਝ ਲਓ, ਫਿਰ ਉਹਨੂੰ ਵਾਰ-ਵਾਰ ਬੋਲੋ। ਰਟਾ ਮਾਰਨ ਦਾ ਮਤਲਬ ਇਹ ਨਹੀਂ ਕਿ ਬਿਨਾਂ ਸਮਝਿਆ ਯਾਦ ਕਰੋ, ਉਹਦਾ ਕੋਈ ਫਾਇਦਾ ਨਹੀਂ ਹੈ। ਸਮਝੋ ਪਹਿਲਾਂ। ਐਵਰੀਵੇਅਰ ਦਾ ਮਤਲਬ ਹਰ ਕਿਤੇ। ਦ ਪੀਪਲ ਆਫ ਇੰਡੀਆ ਐਵਰੀਵੇਅਰ, ਹਰ ਕਿਤੇ ਭਾਰਤ ਦੇ ਲੋਕ ਵਰ ਐਂਗਰੀ, ਗੁੱਸੇ ਸਨ। ਵਰ ਆ ਗਿਆ, ਸਨ ਆ ਗਿਆ, ਠੀਕ ਹੈ। ਕਨਫਿਊਜ਼ ਨਾ ਹੋਇਆ, ਇੱਥੇ WHERE ਆਉਂਦਾ ਜਦੋਂ, ਉਹਦਾ ਮਤਲਬ ਹੈ ਵੇਅਰ, ਪਰ ਇੱਥੇ ਵਰ ਹੈ, ਇਹਨੂੰ ਵਰ ਪੜ੍ਹਨਾ, WERE। ਦ ਪੀਪਲ ਆਫ ਇੰਡੀਆ ਐਵਰੀਵੇਅਰ ਵਰ ਐਂਗਰੀ, ਐਂਗਰੀ ਮਤਲਬ ਗੁੱਸੇ, ਵਿਦ ਦਾ ਮਤਲਬ ਨਾਲ। ਹੁਣ ਇੱਥੇ ਇੱਕ ਚੀਜ਼ ਹੋਰ, ਆ ਜਿਹੜਾ ਵਿਦ ਆ ਰਿਹਾ, ਇਹਨੂੰ ਵਿਦ ਪੜ੍ਹਦੇ ਜ਼ਿਆਦਾਤਰ ਲੋਕ ਪੜ੍ਹਦੇ ਵਾਵੇ ਨੂੰ ਸਿਹਾਰੀ ਦੱਦਾ, ਇਹ ਵਿਦ ਨਹੀਂ ਹੈ, ਇਹ ਹੈਗਾ ਆ ਵਿਦ। ਜਿੱਦਾਂ ਪਹਿਲਾਂ ਵੀ ਦੱਸਦਾ ਹੁੰਦਾ ਵੀ ਥੱਥਿਆਂ ਵਾਂਗੂ ਬੋਲਦਾ ਆ, TH ਦਾ ਉਚਾਰਨ ਜਿਹੜਾ ਉਹ ਥੱਥਿਆਂ ਵਾਂਗੂ ਆ। ਮੈਨੂੰ ਮੇਰੇ ਯਾਰ ਵੇਲੇ ਕਈ ਛੇੜਦੇ ਮੈਸੇਜ ਕਰਕੇ, ਕਹਿੰਦੇ ਇਹ ਗੱਲ ਠੀਕ ਆ, ਥੱਥਿਆਂ ਵਾਂਗੂ ਬੋਲਣਾ। ਖੈਰ, ਖਾਸ ਕਰ ਦੁਬਈ ਵਾਲੇ ਵਿਦ, ਠੀਕ ਆ। TH ਦਾ ਪ੍ਰੋਨਾਊਂਸੀਏਸ਼ਨ ਇੱਦਾਂ ਹੀ ਹੁੰਦਾ ਹੈ, the with British rule। ਹੁਣ ਪੂਰੀ ਲਾਈਨ ਦਾ ਮਤਲਬ ਕੀ ਬਣਿਆ? ਦ ਪੀਪਲ ਆਫ ਇੰਡੀਆ, ਭਾਰਤ ਦੇ ਲੋਕ, ਐਵਰੀਵੇਅਰ ਹਰ ਕਿਤੇ, ਵਰ ਐਂਗਰੀ ਗੁੱਸੇ ਸਨ,
ਵਿਦ ਦ ਬ੍ਰਿਟਿਸ਼ ਰੂਲ, ਵੀ ਬ੍ਰਿਟਿਸ਼ ਸ਼ਾਸਨ ਨਾਲ, ਰੂਲ ਦਾ ਮਤਲਬ ਹੈ ਸ਼ਾਸਨ, ਬ੍ਰਿਟਿਸ਼ ਰਾਜ ਦੇ ਨਾਲ ਭਾਰਤ ਦੇ ਲੋਕ ਹਰ ਕਿਤੇ ਗੁੱਸੇ ਵਿੱਚ ਸਨ। ਦੇ ਵਰ ਬਰਨਿੰਗ, ਦੇ ਦਾ ਮਤਲਬ ਹੈ ਉਹ। ਹੁਣ ਜਦੋਂ ਤੁਸੀਂ ਜਾ ਕੇ ਅੱਗੇ ਗ੍ਰਾਮਰ ਸਿੱਖਣੀ ਆ ਤਾਂ ਉੱਥੇ ਤੁਸੀਂ ਜਾ ਕੇ ਸਿੱਖਣਾ ਨਾ ਵੀ ਨਾਊਨ ਪ੍ਰੋਨਾਊਨ ਕੀ ਹੁੰਦੇ ਨੇ। ਹੁਣ ਇੱਥੇ ਨਾਊਨ ਹੈਗਾ ਆ ਜਿੱਦਾਂ ਵੀ ਦ ਪੀਪਲ ਆਫ ਇੰਡੀਆ, ਅਤੇ ਇਹਦੀ ਥਾਂ 'ਤੇ ਹੁਣ ਹੁਣ ਇੱਥੇ ਦੁਬਾਰਾ ਤਾਂ ਨਹੀਂ ਲਿਖਿਆ ਵੀ ਦ ਪੀਪਲ ਆਫ ਇੰਡੀਆ ਵਰ ਬਰਨਿੰਗ ਵਿਦ ਡਿਜ਼ਾਇਰ, ਨਹੀਂ, ਇੱਥੇ ਹੁਣ ਸਿੱਧਾ ਆ ਗਿਆ ਦੇ। ਹੁਣ ਉਹਨਾਂ ਨੇ ਆਹ ਚੀਜ਼ ਨਹੀਂ ਲਿਖੀ, ਸਿੱਧਾ ਹੀ ਐਂ ਲਿਖਤਾ ਦੇ ਵਰ ਬਰਨਿੰਗ। ਬਰਨਿੰਗ ਦਾ ਮਤਲਬ ਹੁੰਦਾ ਆ ਸੜਦੇ ਪਏ, ਜਿੱਦਾਂ ਕੋਈ ਬੰਦਾ ਕਹਿੰਦਾ ਵੀ ਅੱਗ ਲੱਗੀ ਪਈ ਆ ਮੇਰੇ ਦਿਲ 'ਚ, ਮੈਂ ਆਹ ਕੰਮ ਕਰਦੇ ਹਾਂ, ਠੀਕ ਆ। ਸੋ ਜਿਹੜੇ ਭਾਰਤ ਦੇ ਲੋਕ ਸਨ, ਦੇ ਵਰ ਬਰਨਿੰਗ, ਉਹ ਅੰਦਰੋਂ ਵੀ ਉਹਨਾਂ ਦੇ ਅੰਦਰ ਭਾਂਬੜ ਮੱਚਦਾ ਪਿਆ ਸੀ। ਦੇ ਵਰ ਬਰਨਿੰਗ ਕਾਹਦੇ ਨਾਲ? ਵਿਦ ਮਤਲਬ ਨਾਲ, ਕਿਸ ਚੀਜ਼ ਨਾਲ? ਆ ਡਿਜ਼ਾਇਰ, ਐਸ ਦਾ ਉਚਾਰਨ ਇੱਥੇ ਸੱਸਾ ਨਹੀਂ ਹੈ, ਜੱਜੇ ਪੈਰ ਬਿੰਦੀ ਹੈ, ਜ਼ ਡਿਜ਼ਾਇਰ, ਠੀਕ ਹੈ। ਡਿਜ਼ਾਇਰ ਦੇ ਨਾਲ ਬਲ ਰਹੇ ਸੀ। ਡਿਜ਼ਾਇਰ ਕੀ ਸੀ ਉਹਨਾਂ ਦੀ? ਡਿਜ਼ਾਇਰ ਦਾ ਮਤਲਬ ਹੁੰਦਾ ਇੱਛਾ, ਠੀਕ ਹੈ। ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ ਟੂ ਥਰੋ ਦ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ। ਕਿਹੜੀ ਸੀ ਉਹਨਾਂ ਦੀ ਡਿਜ਼ਾਇਰ? ਡਿਜ਼ਾਇਰ ਮਤਲਬ ਇੱਛਾ। ਕੀ ਇੱਛਾ ਸੀ ਉਹਨਾਂ ਦੀ? ਥਰੋ ਹੁੰਦਾ ਮਤਲਬ ਸੁੱਟਣਾ, ਟੂ ਥਰੋ ਨੂੰ ਸੁੱਟਣਾ, ਦ ਬ੍ਰਿਟਿਸ਼ ਰੂਲਰਸ, ਵੀ ਬ੍ਰਿਟਿਸ਼ ਸ਼ਾਸਕਾਂ ਨੂੰ ਸੁੱਟਣਾ। ਕਿੱਥੋਂ ਸੁੱਟਣਾ? ਆਊਟ ਆਫ ਇੰਡੀਆ, ਭਾਰਤ 'ਚੋਂ ਬਾਹਰ। ਹੁਣ ਪੱਲੇ ਪਈ ਗੱਲ ਪੂਰੀ। ਸੋ ਜਿਹੜੇ ਮੈਂ ਸਪੈਸ਼ਲ ਗਰੁੱਪ ਚਲਾ ਰਿਹਾ ਵਟਸਐਪ ਦੇ ਉੱਤੇ, ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਤੁਸੀਂ ਇਹ ਵੀਡੀਓ ਤੋਂ 20 ਦੀ ਥਾਂ 'ਤੇ ਭਾਵੇਂ 200 ਲਾਈਨਾਂ ਇਹਨਾਂ ਵਿੱਚੋਂ ਸਿੱਖ ਲਓ, ਅਤੇ ਤੁਹਾਡੇ ਵੀ ਇਹ ਬਹੁਤ ਕੰਮ ਦੀ ਵੀਡੀਓ ਹੈ। ਖੈਰ, ਹੁਣ ਲੋਕ ਜਿਹੜੇ ਸੀ ਭਾਰਤ ਦੇ, ਉਹ ਬਲ ਰਹੇ ਸੀ ਇੱਕ ਇੱਛਾ ਦੇ ਨਾਲ। ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ ਟੂ ਥਰੋ ਦ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ। ਇੰਡੀਆ 'ਚੋਂ ਬ੍ਰਿਟਿਸ਼ ਰੂਲਰਸ ਨੂੰ ਉਹ ਬਾਹਰ ਸੁੱਟਣ ਵਾਸਤੇ ਮੱਚਦੇ ਪਏ ਸੀ, ਅੰਦਰੋਂ ਭਾਂਬੜ ਮੱਚਦਾ ਪਿਆ ਸੀ ਉਹਨਾਂ ਦੇ ਅੰਦਰ। ਇਹ ਇੱਛਾ ਭਾਂਬੜ ਵਾਂਗੂ ਮੱਚਦੀ ਪਈ ਸੀ, ਠੀਕ ਆ। ਜਿੱਦਾਂ ਕਿ ਨਿਆਣੇ ਦੇ ਅੰਦਰ ਆਈਸਕ੍ਰੀਮ ਹੁੰਦੀ ਨਾ, ਆਈਸਕ੍ਰੀਮ ਰੌਲਾ ਪਾਉਣ ਲੱਗ ਪੈਂਦਾ ਵੀ ਕੱਲ੍ਹ ਆਈਸਕ੍ਰੀਮ ਖਾਣੀ, ਅਤੇ ਉਹ ਭਾਂਬੜ ਨਹੀਂ ਮੱਚ ਜਾਂਦਾ ਉਹਦੇ ਅੰਦਰ ਵੀ ਹਾਂ ਲੈਣੀ ਲੈਣੀ, ਉਹਨੂੰ ਕਹਿੰਦੇ ਨੇ ਇੱਛਾ। ਰੌਲਾ ਪਾਉਣ ਲੱਗ ਪੈਂਦੀ ਅੰਦਰ, ਠੀਕ ਆ। ਹਾਂ, ਐਂਡ ਅਟੇਨ ਹੁੰਦਾ ਪ੍ਰਾਪਤ ਕਰਨਾ, ਐਂਡ ਅਟੇਨ ਇੰਡੀਪੈਂਡੈਂਸ। ਸੋ ਇੱਛਾ ਕੀ ਹੈ? ਇੰਡੀਪੈਂਡੈਂਸ, ਆਜ਼ਾਦੀ ਪ੍ਰਾਪਤ ਕਰਨ ਦੀ ਇੱਛਾ ਹੈ, ਅਤੇ ਬ੍ਰਿਟਿਸ਼ ਰੂਲਰਸ ਨੂੰ ਬਾਹਰ ਸੁੱਟਣਾ ਹੈ। ਕੰਮ ਉਹੀ ਸਿਰੇ ਚੜ੍ਹਦੇ ਨੇ ਜਿਨ੍ਹਾਂ ਨੂੰ ਕਰਨ ਦੇ ਅੰਦਰ ਭਾਂਬੜ ਮੱਚਦੇ ਹੋਣ, ਠੀਕ ਆ ਜੀ। ਨਹੀਂ ਤਾਂ ਸਲਾਮਾਂ 'ਚ ਤਾਂ ਸਲਾਮਾਂ ਹੀ ਰਹਿੰਦੀਆਂ। ਦ ਬ੍ਰਿਟਿਸ਼ ਗਵਰਨਮੈਂਟ ਮੈਂ ਨਿੱਕਾ ਹੁੰਦਾ ਨਾ ਇਹਨੂੰ ਇਹ ਕਹਿੰਦਾ ਹੁੰਦਾ ਸੀ ਗੌਰਮੈਂਟ। ਫਿਰ ਮੈਂ ਉਹ ਜਿਹੜਾ ਗੌਰਮੈਂਟਾ ਨਹੀਂ ਖਾਂਦੇ ਹੁੰਦੇ ਪਾ ਕੇ ਦੁੱਧ 'ਚ, ਫਿਰ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਗੌਰਮੈਂਟਾ, ਮੰਮੀ ਗੌਰਮੈਂਟਾ ਦੇ ਦਿਓ। ਦ ਬ੍ਰਿਟਿਸ਼, ਉਹ ਸੌਰੀ ਕਿੱਧਰ ਗਿਆ, ਇੱਕ ਮਿੰਟ ਜੀ, ਇੱਕ ਮਿੰਟ ਵਾਪਸ ਆ ਗਿਆ ਆਪਾਂ। ਦ ਬ੍ਰਿਟਿਸ਼ ਗਵਰਨਮੈਂਟ ਵਾਜ਼ ਵੈਰੀ ਪਾਵਰਫੁਲ। ਵੈਰੀ ਦਾ ਮਤਲਬ ਬਹੁਤ। ਕੌਣ? ਬ੍ਰਿਟਿਸ਼ ਗਵਰਨਮੈਂਟ, ਜੋ ਬ੍ਰਿਟਿਸ਼ ਸਰਕਾਰ ਸੀ, ਸਰਕਾਰ ਬਹੁਤ ਤਾਕਤਵਰ ਸੀ। ਪਰ ਦਿਸ ਡਿਡ ਨਾਟ ਡਿਸਕਰੇਜ। ਹੁਣ ਵੇਖੋ ਆਹ ਵਰਡ ਉੱਤੇ ਸਿੱਖ ਕੇ ਆਏ ਨਾ ਆਪਾਂ, ਡਿਸਕਰੇਜ ਦਾ ਮਤਲਬ ਹੁੰਦਾ ਹੈ ਹੌਸਲਾ ਟੁੱਟਣਾ ਜਾਂ ਹੌਸਲਾ ਤੋੜ ਦੇਣਾ। ਬਈ ਇਸ ਚੀਜ਼ ਨੇ ਹੌਸਲਾ ਨਹੀਂ ਤੋੜਿਆ। ਦਿਸ, ਬਟ ਮਤਲਬ ਪਰ, ਦਿਸ ਮਤਲਬ ਇਹ, ਡਿਡ ਨਾਟ ਡਿਸਕਰੇਜ, ਇਸ ਚੀਜ਼ ਨੇ ਹੌਸਲਾ ਨਹੀਂ ਤੋੜਿਆ। ਕਿਹੜੀ ਚੀਜ਼ ਨੇ? ਬ੍ਰਿਟਿਸ਼ ਰੂਲਰਸ ਬਹੁਤ ਤਾਕਤਵਰ ਨੇ, ਵੀ ਉਹਨਾਂ ਕੋਲੇ ਪਾਵਰ ਆ, ਉਹਨਾਂ ਕੋਲੇ ਸਾਰੇ ਹਥਿਆਰ ਨੇ, ਸਭ ਕੁਛ ਹੈ, ਪਰ ਇਸ ਚੀਜ਼ ਨੇ ਹੌਸਲਾ ਨਹੀਂ ਤੋੜਿਆ ਫਾਈਟਰਸ ਦਾ, ਦ ਫਰੀਡਮ ਫਾਈਟਰਸ ਫਾਰ ਫਰੀਡਮ, ਜਿਹੜੇ ਆਜ਼ਾਦੀ ਦੇ ਵਾਸਤੇ ਲੜ ਰਹੇ ਸੀ, ਉਹਨਾਂ ਨੂੰ ਡਿਸਕਰੇਜ ਨਹੀਂ ਕੀਤਾ ਇਸ ਚੀਜ਼ ਨੇ, ਕਿ ਉਹਨਾਂ ਕੋਲ ਤਾਂ ਤਾਕਤ ਹੀ ਬੜੀ ਆ, ਠੀਕ ਆ। ਜੇ ਹੁਣ ਤੁਹਾਨੂੰ ਕੋਈ ਕਹਿ ਦੇਵੇ ਕਿ ਤੁਸੀਂ ਵੱਡੇ ਹੋ ਕੇ ਡਾਕਟਰ ਬਣਨਾ ਆ, ਅਤੇ ਤੁਹਾਨੂੰ ਕੋਈ ਇਹ ਦਿਖਾ ਦੇ ਵੀ ਉਹਦੇ ਵਾਸਤੇ ਕਿਤਾਬਾਂ ਪੜ੍ਹਨੀਆਂ ਪੈਂਦੀਆਂ, ਤਾਂ ਤੁਸੀਂ ਤਾਂ ਪਹਿਲਾਂ ਡਿਸਕਰੇਜ ਹੋ ਜਾਣਾ। ਅਤੇ ਜੇ ਅੰਦਰ ਭਾਂਬੜ ਮੱਚਦਾ ਹੋਵੇ ਵੀ ਮੈਂ ਕਰਕੇ ਹਟੂੰ, ਤਾਂ ਫਿਰ ਬੰਦਾ ਕਹਿੰਦਾ ਡਿਸਕਰੇਜ ਨਹੀਂ ਹੁੰਦਾ ਮੈਂ। ਵੈਸੇ ਗੋਰਿਆਂ ਨੂੰ ਪਾਵਰ ਮਿਲੀ ਕਿੱਥੋਂ ਸੀ ਸਾਰੀ? ਉਹ ਗੋਰੇ ਤਾਂ ਥੋੜ੍ਹੇ ਕਾਏ ਸੀ, ਉਹਨਾਂ ਦੀ ਨੌਕਰੀ ਤਾਂ ਇੰਡੀਆ ਨਹੀਂ ਕਰਦੇ ਸੀ ਆਪ ਹੀ। ਸਾਡੇ ਆਪਣੇ ਲੋਕ ਉਹਨਾਂ ਦੀ ਨੌਕਰੀ ਕਰਦੇ ਸੀ, ਅਤੇ ਆਪਣੇ ਦੇ ਉੱਤੇ ਹੀ ਡਾਂਗ ਭਰਾਉਂਦੇ ਸੀ। ਚਲੋ
ਹੁਣ ਫਰੀडम फाइटर्स ਜਿਹੜੇ ਨੇ ਉਹਨਾਂ ਦਾ ਹੌਸਲਾ ਨਹੀਂ ਟੁੱਟਿਆ। they were out, they ਮਤਲਬ ਉਹ ਕੌਣ? ਫਰੀडम फाइटर्स। they were out on the path ਦਾ ਮਤਲਬ ਹੁੰਦਾ ਹੈ ਰਸਤਾ, ਠੀਕ ਆ। they were out on the path of revolt। ਉਹ ਹੁਣ ਇਹਦਾ ਮਤਲਬ ਹੈ they were out on the path, ਉਹ ਰਸਤੇ ਉੱਤੇ ਸੀ। ਰਸਤੇ ਉੱਤੇ ਪਾਥ ਮਤਲਬ ਰਸਤਾ, ਸਨ, ਉਹ ਰਸਤੇ ਉੱਤੇ ਸਨ। ਕਿਹੜੇ ਰਸਤੇ ਉੱਤੇ? ਆਫ ਰਿਵੋਲਟ। ਇਹਨੂੰ ਪੜ੍ਹਨਾ ਰਿਵੋਲਟ, REVOLT। ਰਿਵੋਲਟ ਕੀ ਹੁੰਦਾ? ਰਿਵੋਲਟ ਹੁੰਦਾ ਬਗਾਵਤ, ਵਿਰੋਧ ਕਰਨਾ। ਇੱਕ ਤਾਂ ਵਿਰੋਧ ਹੁੰਦਾ ਹੱਥ 'ਚ ਦੀਵੇ ਬਾਲ ਕੇ, ਝੰਡੇ ਫੜ ਕੇ ਵਿਰੋਧ ਕਰਨਾ, ਵੀ ਕੋਈ ਚੀਜ਼ ਤੋੜ ਭੰਨ ਨਹੀਂ ਕਰਨੀ। ਪਰ ਇਸ ਰਿਵੋਲਟ ਦਾ ਮਤਲਬ ਹੁੰਦਾ ਹਥਿਆਰ ਚੱਕ ਕੇ ਵਿਰੋਧ ਕਰਨਾ, ਸਰਕਾਰ ਦੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਉਹਨੂੰ ਕਹਿੰਦੇ ਨੇ ਰਿਵੋਲਟ। ਇਹਦਾ ਮਤਲਬ ਹੁੰਦਾ ਬਗਾਵਤ, ਓਕੇ। ਸਟਰਗਲ, ਉਹ ਹੁਣ ਬਗਾਵਤ ਅਤੇ ਸੰਘਰਸ਼ ਦੇ ਰਸਤੇ 'ਤੇ ਸਨ। ਐਂਡ ਵੌਰ, ਅਤੇ ਜੰਗ ਦੇ ਰਸਤੇ 'ਤੇ ਸਨ। 3 ਵਰਡ ਆਏ ਨੇ, ਰਿਵੋਲਟ, ਸਟਰਗਲ ਐਂਡ ਵੌਰ। ਇਹਨੂੰ ਵਾਰ ਨਹੀਂ ਜੇ ਪੜ੍ਹਨਾ, ਵਾਵੇ ਕੰਨਾ ਰਾਰਾ ਵਾਰ ਨਹੀਂ ਹੁੰਦਾ, ਉਹ ਤਾਂ ਵਾਰ ਕਵਿਤਾ ਦੇ ਵਿੱਚ ਆ ਜਾਂਦੀ ਨਾ। ਇਹਨੂੰ ਪੜ੍ਹਨਾ ਵੌਰ, ਵੌਰ। ਅਤੇ ਰਾਰਾ ਜਿਹੜਾ ਆ, ਆਰ ਜਿਹੜਾ ਆ, ਉਹ ਸਿਰਫ ਗਲੇ 'ਚ ਇੰਨਾ ਕੀ ਬੋਲਣਾ, ਅਤੇ ਉਹਨੂੰ ਐਂ ਨਹੀਂ ਬੋਲਣਾ ਪੰਜਾਬੀਆਂ ਵਾਂਗੂ। ਉਹ ਤੁਸੀਂ ਅੰਗਰੇਜ਼ੀ ਦਾ ਨਾਸ ਮਾਰ ਦਿੰਦੇ ਆ ਕੇ। ਫਿਰ ਇੱਕ ਵਾਰੀ ਆ ਕੇ ਬਾਹਰਲੇ ਮੁਲਕਾਂ 'ਚ ਫਿਰ ਇੱਕ ਵਾਰੀ ਨਿਆਣਿਆਂ ਨੂੰ ਸਿੱਖਣੀ ਪੈਂਦੀ। ਅਤੇ ਜੇ ਇਹੋ ਚੀਜ਼ 5ਵੀਂ ਸਿੱਖ ਲੈਣਾ ਅਤੇ 10ਵੀਂ ਤੱਕ ਜਾਂਦੇ, ਤੁਹਾਨੂੰ ਇਹ ਤਾਂ ਨਹੀਂ ਵੀ ਆਇਲਟਸ ਦੀਆਂ ਦੁਕਾਨਾਂ 'ਤੇ ਧੱਕੇ ਖਾਓ, ਘਰੇ ਸਿੱਖ ਲਓ। ਪਰ ਸ਼ੁਰੂਆਤ 'ਚ ਸਿੱਖਦੇ ਨਹੀਂ ਨਾ ਆਪਾਂ ਇੱਦਾਂ। ਵੌਰ, ਵੌਰ ਦਾ ਮਤਲਬ ਹੁੰਦਾ ਆ ਜੰਗ, ਯੁੱਧ, ਵੌਰ। ਦੇ ਵਰ ਆਊਟ ਔਨ ਦਾ ਪਾਥ ਆਫ ਰਿਵੋਲਟ, ਉਹ ਬਗਾਵਤ, ਸੰਘਰਸ਼ ਅਤੇ ਜੰਗ ਦੇ ਰਸਤੇ 'ਤੇ ਸਨ। ਹੁਣ ਆ ਗਿਆ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ। ਇਹ ਕੂਕਾ ਮੂਵਮੈਂਟ ਦੇ ਲੀਡਰ ਹੋਏ ਨੇ, ਜਿਨ੍ਹਾਂ ਦਾ ਨਾਮ ਇੱਥੇ ਲਿਖਿਆ ਗਿਆ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ। ਬੋਰਨ ਦਾ ਮਤਲਬ ਪੈਦਾ ਹੋਏ। ਐਂਡ ਐਜੂਕੇਟਡ ਐਟ ਭੈਣੀ ਸਾਹਿਬ। ਹੁਣ ਐਟ ਭੈਣੀ ਸਾਹਿਬ ਇਨ ਭੈਣੀ ਸਾਹਿਬ ਨਹੀਂ ਲਿਖਿਆ ਉਹਨਾਂ ਨੇ, ਐਟ ਭੈਣੀ ਸਾਹਿਬ। ਇਹਦਾ ਮਤਲਬ ਹੈ ਪ੍ਰੈਪੋਜੀਸ਼ਨ ਐਟ ਲੱਗਣੀ ਇਹਦੇ ਨਾਲ, ਠੀਕ ਹੈ। ਹੁਣ ਇੱਥੋਂ ਪ੍ਰੈਪੋਜੀਸ਼ਨ ਵੀ ਨਾਲ ਆਈ ਜਾਂਦੀਆਂ ਤੁਹਾਨੂੰ। ਸਤਿਗੁਰੂ ਰਾਮ ਸਿੰਘ ਜੀ ਬੋਰਨ ਐਂਡ ਐਜੂਕੇਟਡ। ਬੋਰਨ ਦਾ ਮਤਲਬ ਪੈਦਾ ਹੋਏ, ਐਜੂਕੇਟਡ ਪੜ੍ਹੇ। ਐਜੂਕੇਟ ਦਾ ਮਤਲਬ ਹੁੰਦਾ ਆ ਪੜ੍ਹਨਾ, ਐਜੂਕੇਟਡ ਪੜ੍ਹੇ। ਐਜੂਕੇਟਡ ਐਟ ਭੈਣੀ ਸਾਹਿਬ, ਪੰਜਾਬ। ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਵਿੱਚ ਪੈਦਾ ਹੋਏ ਅਤੇ ਪੜ੍ਹੇ। ਵਾਜ਼ ਨਾਟ ਅ ਸਾਇਲੈਂਟ ਸਪੈਕਟੇਟਰ। ਹੁਣ ਆਹ ਵਰਡ ਸਪੈਕਟੇਟਰ ਆ ਗਿਆ ਦੁਬਾਰਾ, ਵੀ ਤਮਾਸ਼ਬੀਨ। ਸਾਇਲੈਂਟ ਦਾ ਮਤਲਬ ਹੁੰਦਾ ਚੁੱਪ-ਚਾਪ ਤਮਾਸ਼ਾ ਵੇਖਣਾ। ਉਹ ਇੱਕ ਚੁੱਪ-ਚਾਪ ਤਮਾਸ਼ਾ ਵੇਖਣ ਵਾਲੇ ਨਹੀਂ ਸਨ। ਸਤਿਗੁਰੂ ਰਾਮ ਸਿੰਘ ਜੀ ਜੋ ਕਿ ਭੈਣੀ ਸਾਹਿਬ ਵਿੱਚ ਪੈਦਾ ਹੋਏ ਅਤੇ ਪੜ੍ਹੇ, ਚੁੱਪ-ਚਾਪ ਤਮਾਸ਼ਾ ਵੇਖਣ ਵਾਲੇ ਨਹੀਂ ਸਨ। ਹੀ ਆਰਗੇਨਾਈਜ਼ਡ ਅ ਗਰੁੱਪ। ਕੀ ਕਹਿੰਦੇ? ਹੀ ਆਰਗੇਨਾਈਜ਼ਡ ਅ ਗਰੁੱਪ। ਉਹਨਾਂ ਨੇ ਇੱਕ ਗਰੁੱਪ ਆਰਗੇਨਾਈਜ਼ ਕੀਤਾ। ਆਰਗੇਨਾਈਜ਼ਡ ਸੈਕਿੰਡ ਫਾਰਮ ਹੈ, ਆਰਗੇਨਾਈਜ਼ ਕੀਤਾ। ਆਰਗੇਨਾਈਜ਼ ਕਰਨ ਦਾ ਮਤਲਬ ਹੈ ਵੀ ਇੱਕ ਗਰੁੱਪ ਨੂੰ ਉਹਨਾਂ ਨੇ ਚਲਾਇਆ। ਉਹਨਾਂ ਨੇ ਇੱਕ ਗਰੁੱਪ ਚਲਾਇਆ, ਇੱਕ ਇਕੱਠ ਨੂੰ ਉਹਨਾਂ ਨੇ ਲੀਡ ਕੀਤਾ, ਚਲਾਇਆ। ਹੀ ਆਰਗੇਨਾਈਜ਼ਡ ਅ ਗਰੁੱਪ ਆਫ ਹਿਜ਼ ਫੋਲੋਅਰਸ। ਫੋਲੋਅਰਸ ਹੁੰਦੇ ਨੇ, ਫੋਲੋਅਰਸ ਦੇ ਵਰਡ ਆਮ ਹੀ ਬੜਾ ਮਸ਼ਹੂਰ ਹੈ, ਜਿਹੜੇ ਤੁਹਾਨੂੰ ਫੋਲੋ ਕਰਦੇ ਨੇ, ਜਿਹੜੇ ਤੁਹਾਡੇ ਪਿੱਛੇ ਚੱਲਦੇ ਨੇ। ਸੋ ਉਹਨਾਂ ਨੂੰ ਫੋਲੋਅਰਸ ਕਹਿੰਦੇ ਨੇ, ਜਿਹੜੇ ਤੁਹਾਡੇ ਅਨੁਯਾਈ ਹੁੰਦੇ ਨੇ, ਮੰਨਣ ਵਾਲੇ ਹੁੰਦੇ ਨੇ। ਹੀ ਆਰਗੇਨਾਈਜ਼ਡ ਅ ਗਰੁੱਪ ਆਫ ਹਿਜ਼ ਫੋਲੋਅਰਸ। ਉਹਨਾਂ ਨੇ ਆਪਣੇ ਫੋਲੋ ਕਰਨ ਵਾਲਿਆਂ ਦਾ ਇੱਕ ਗਰੁੱਪ ਬਣਾਇਆ। ਹੀ ਫੋਰਮਡ ਅ ਪਾਰਟੀ। ਪਾਰਟੀ ਦਾ ਮਤਲਬ ਜਿੱਦਾਂ ਉਹਨਾਂ ਨੇ ਆਪਣੀ ਇੱਕ ਪਾਰਟੀ ਬਣਾਈ। ਹੀ ਫੋਰਮਡ ਅ ਪਾਰਟੀ। ਫੋਰਮ ਦਾ ਮਤਲਬ ਹੈ ਬਣਾਉਣਾ, ਫੋਰਮਡ ਮਤਲਬ ਬਣਾਈ। ਹੀ ਫੋਰਮਡ ਅ ਪਾਰਟੀ ਨੋਨ ਐਜ਼ ਸੰਤ ਖਾਲਸਾ। ਨੋ ਦਾ ਮਤਲਬ ਹੁੰਦਾ ਹੈ ਪਤਾ, ਨੋਨ ਐਜ਼ ਦਾ ਆ ਇਕੱਠਾ ਹੀ ਆਉਣਾ ਆ। ਨੋਨ ਐਜ਼ ਜਿਹਨੂੰ ਕਿਹਾ ਜਾਂਦਾ ਸੀ, ਨੋਨ ਐਜ਼ ਵੀ ਜਿਹਨੂੰ ਜਾਣਿਆ ਜਾਂਦਾ ਸੀ। ਨੋਨ ਐਜ਼ ਸੰਤ ਖਾਲਸਾ, ਜਿਹਨੂੰ ਸੰਤ ਖਾਲਸਾ ਕਰਕੇ ਜਾਣਿਆ ਜਾਂਦਾ ਸੀ। ਦਿਸ ਸੈਕਟ। ਦਿਸ ਮਤਲਬ ਇਹ ਸੈਕਟ, SECT ਦਾ ਮਤਲਬ ਹੈ ਸੈਕਟ ਮਤਲਬ ਸੰਪਰਦਾ। ਜਿੱਦਾਂ ਇੱਕ ਹੁੰਦਾ ਧਰਮ, ਕੌਮ, ਅਤੇ ਉਦੋਂ ਥੱਲੇ ਆ ਜਾਂਦਾ ਆ ਸੰਪਰਦਾ। ਸੰਪਰਦਾਵਾਂ ਆ ਜਾਂਦੀਆਂ ਨੇ, ਹਰ ਧਰਮ ਵਿੱਚ ਇੱਕ ਸੰਪਰਦਾ ਹੋ ਜਾਂਦੀ ਆ। ਸੋ ਵੈਸੇ ਸਤਿਗੁਰੂ ਰਾਮ ਸਿੰਘ ਜਿਹੜਾ ਇਹ ਲੈਸਨ ਇਹ ਇੱਕ ਸੰਪਰਦਾ, ਸਿੱਖਾਂ ਦੇ ਵਿੱਚੋਂ ਹੀ ਨਿਕਲੀ ਹੋਈ ਇੱਕ ਸੰਪਰਦਾ ਹੈ। ਸੋ ਬਾਣੀ ਨਾਲ ਹੀ ਸੰਬੰਧ ਰੱਖਦੇ ਨੇ, ਇੱਕ ਅਲੱਗ ਚੀਜ਼ ਹੈ, ਅਲੱਗ ਮੈਟਰ ਹੈ। ਆਪਾਂ ਉਹਨਾਂ ਬਾਰੇ ਇਹ ਵਿਚਾਰ ਨਹੀਂ ਕਰ ਰਹੇ ਕਿ ਉਹ ਕਿੱਥੇ ਵਿਚਾਰਧਾਰਾ ਮਿਲਦੀ ਜੁਲਦੀ ਜਾਂ ਨਹੀਂ। ਆਪਾਂ ਇੰਗਲਿਸ਼ ਸਿੱਖਣ ਵਾਸਤੇ ਲੈਸਨ ਪੜ੍ਹ ਰਹੇ ਹਾਂ। ਮੈਂ ਸਿਰਫ ਸੈਕਟ ਦਾ ਮੀਨਿੰਗ ਸਮਝਾ ਰਿਹਾ। ਜਿੱਦਾਂ ਸਿੱਖ ਕੌਮ ਹੈ, ਧਰਮ ਇਹਨਾਂ ਦਾ ਸਿੱਖੀ ਹੈ, ਉਹਨਾਂ ਦੇ ਵਿੱਚੋਂ ਇੱਕ ਸੰਪਰਦਾ ਬਣੀ ਹੈ ਜਿਹਨੂੰ
ਸੈਕਟ ਇੰਗਲਿਸ਼ ਵਿੱਚ ਸੈਕਟ ਕਹਿੰਦੇ ਨੇ, ਠੀਕ ਹੈ ਜੀ। ਦਿਸ ਸੈਕਟ ਲੇਟਰ, ਲੇਟਰ ਦਾ ਮਤਲਬ ਹੈ ਬਾਅਦ ਵਿੱਚ, ਡਿਵੈਲਪਡ, ਡਿਵੈਲਪ ਮਤਲਬ ਡਿਵੈਲਪਡ ਦਾ ਮਤਲਬ ਹੈ ਵਿਕਸਿਤ ਹੋਇਆ। ਇਹ ਜਿਹੜੀ ਸੰਪਰਦਾ ਹੈ ਇਹ ਬਾਅਦ ਵਿੱਚ ਵਿਕਸਿਤ ਹੋਈ ਇਨਟੂ ਦਾ ਗ੍ਰੇਟ ਹਿਸਟੋਰਿਕ ਕੂਕਾ ਮੂਵਮੈਂਟ। ਗ੍ਰੇਟ ਮਤਲਬ ਮਹਾਨ, ਹਿਸਟੋਰਿਕ ਮਤਲਬ ਇਤਿਹਾਸਿਕ, ਕੂਕਾ ਮੂਵਮੈਂਟ ਮਤਲਬ ਕਿ ਕੂਕਾ ਮੂਵਮੈਂਟ ਦੇ ਵਿੱਚ, ਬਹੁਤ ਮਹਾਨ ਕੂਕਾ ਮੂਵਮੈਂਟ ਦੇ ਵਿੱਚ ਬਾਅਦ ਵਿੱਚ ਇਹ ਸੰਪਰਦਾ ਡਿਵੈਲਪ ਹੋ ਗਈ, ਵਿਕਸਿਤ ਹੋ ਗਈ ਆਫ ਦਾ ਨਾਮਧਾਰੀ ਸਿੱਖਸ, ਵੀ ਨਾਮਧਾਰੀ ਸਿੱਖਾਂ ਦੀ ਇਹ ਜਿਹੜੀ ਸੰਪਰਦਾ ਸੀ ਇਹ ਬਾਅਦ ਵਿੱਚ ਬਹੁਤ ਵੱਡੇ ਕੂਕਾ ਮੂਵਮੈਂਟ ਰੂਪ ਵਿੱਚ ਵਿਕਸਿਤ ਹੋਈ। ਓਕੇ, ਸੋ ਇਸ ਤੋਂ ਬਾਅਦ ਕੀ ਕਹਿੰਦੇ ਨੇ, ਇੱਕ ਗੱਲ ਸਮਝ ਲਓ ਭਾਈ, ਸਿੱਖਣ ਲੱਗਿਆਂ ਜੇ ਤੁਹਾਨੂੰ ਇੱਕ ਕਿਤਾਬ ਵਿੱਚੋਂ 25% ਵੀ ਸਮਝ ਆਉਂਦੀ ਵੀ ਹੈ ਨਾ, ਅਤੇ ਤੁਸੀਂ ਫਾਇਦੇ 'ਚ ਹੋ, ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਨਾ ਹੁੰਦਾ ਪਿਆ। ਜੇ ਕਿਸਾਨ ਛੱਟਾ ਦਿੰਦਾ ਨਾ ਖੇਤਾਂ 'ਚ ਅਤੇ ਉਹਦੇ ਸਾਰੇ ਬੀਜ ਨਹੀਂ ਉੱਗ ਪੈਂਦੇ, ਜੇ ਸਾਰੇ ਉੱਗ ਪੈਣ ਨਾ ਅਤੇ ਫਸਲ ਨਹੀਂ ਚੱਜ ਨਾਲ ਹੋਣੀ। ਉਹ 'ਚ ਕਈ ਕੁਦਰਤ ਨੇ ਸਿਸਟਮ ਲਾਏ ਹੁੰਦੇ, ਕਈ ਬੀਜ ਨੂੰ ਕੀੜੇ ਖਾ ਜਾਂਦੇ, ਕਈ ਨੂੰ ਉਹ ਆਪਣਾ ਪੰਛੀ ਖਾ ਜਾਂਦੇ ਆ। ਸੋ ਇੱਦਾਂ ਹੀ ਆ, ਜੇ ਤੁਹਾਨੂੰ ਇਹਦੇ 'ਚੋਂ 25% ਵੀ ਸਮਝ ਆ ਰਹੀ ਆ ਤਾਂ ਬਹੁਤ ਆ। 100% ਜੇ ਨਾ ਵੀ ਆਏ ਤਾਂ ਫਿਰ ਕੀ ਹੋ ਚੱਲਾ, ਨੁਕਸਾਨ ਤਾਂ ਨਹੀਂ ਨਾ ਕੋਈ। ਖੈਰ ਆਪਾਂ ਪਹੁੰਚੇ ਇੱਥੇ ਇਨ 1872, 1872। In 1872 the Kuka Sikhs attacked ਮਲੇਰਕੋਟਲਾ। ਜਿਹੜੇ ਕੂਕਾ ਸਿੱਖ ਸੀ ਉਹਨਾਂ ਨੇ 1872 ਵਿੱਚ ਅਟੈਕਡ ਮਤਲਬ ਹਮਲਾ ਕੀਤਾ ਮਲੇਰਕੋਟਲੇ 'ਤੇ, ਕਿਉਂਕਿ ਮਲੇਰਕੋਟਲਾ ਜਿਹੜਾ ਆ ਉਹ ਹੁਣ ਜਿੱਦਾਂ ਪੰਜਾਬ 'ਚ ਆ, ਮਲੇਰਕੋਟਲਾ ਜਿਹੜਾ ਆ ਉਦੋਂ ਉਹਨਾਂ ਦੇ ਅੰਡਰ ਸੀ ਨਾ, ਬ੍ਰਿਟਿਸ਼ ਰੂਲਰਸ ਦੇ ਅੰਦਰ ਸੀ। ਕੀ ਕਹਿੰਦੇ ਨੇ, ਵੇਅਰ, ਵੇਅਰ ਦਾ ਇਹਦਾ ਮਤਲਬ ਹੁੰਦਾ ਆ ਕਿੱਥੇ, ਪਰ ਹੁਣ ਪ੍ਰਕਰਨ ਦੇ ਮੁਤਾਬਕ ਇਹਦਾ ਮਤਲਬ ਆ ਜਾਣਾ ਆ ਜਿੱਥੇ, ਜਿੱਥੇ ਮਿਸਟਰ, ਆ ਮੈਂ ਥੱਲੇ ਲਿਖਤਾ ਇਹਨੂੰ ਕਿੱਦਾਂ ਬੋਲਣਾ, ਕਾਓਨ, ਮਿਸਟਰ ਕਾਓਨ, ਜਿੱਥੇ ਮਿਸਟਰ ਕਾਓਨ ਵਾਜ਼ ਦਾ ਬ੍ਰਿਟਿਸ਼ ਆਫਿਸਰ ਇੰਚਾਰਜ ਆਫ ਦ ਟਾਊਨ। ਇੰਚਾਰਜ ਸੀ ਟਾਊਨ ਦਾ, ਟਾਊਨ ਮਤਲਬ ਕਿ ਉਸ ਛੋਟੇ ਜਿਹੇ ਕਸਬੇ ਦਾ। ਵੇਖੋ ਇੱਕ ਹੁੰਦਾ ਸਿਟੀ ਹੁੰਦੀ ਆ ਆਪਣਾ ਸ਼ਹਿਰ, ਅਤੇ ਟਾਊਨ ਹੁੰਦਾ ਆ ਕਸਬਾ ਛੋਟਾ, ਅਤੇ ਉਸ ਤੋਂ ਥੱਲੇ ਵਿਲੇਜ ਆ ਜਾਂਦਾ। ਸੋ ਮਲੇਰਕੋਟਲੇ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ, ਜਿੱਥੇ ਕਿ ਮਿਸਟਰ ਕਾਓਨ ਜਿਹੜਾ ਕਿ ਇੱਕ ਬ੍ਰਿਟਿਸ਼ ਰੂਲਰ ਆ, ਉਹ ਉੱਥੋਂ ਦਾ ਇੰਚਾਰਜ ਸੀ। ਆਫਟਰ ਦਾ ਅਟੈਕ, ਹਮਲੇ ਤੋਂ ਬਾਅਦ, ਆਫਟਰ ਦਾ ਅਟੈਕ ਹਮਲੇ ਤੋਂ ਬਾਅਦ, ਔਨ ਮਲੇਰਕੋਟਲਾ, ਮਲੇਰਕੋਟਲੇ 'ਤੇ ਹਮਲੇ ਤੋਂ ਬਾਅਦ 66 ਕੂਕਾ ਸਿੱਖਸ ਸਰੈਂਡਰਡ ਦੈਮਸੈਲਵਸ। ਹੁਣ ਇਸ ਲਾਈਨ ਦਾ ਮਤਲਬ ਆ ਵੀ ਹਮਲੇ ਤੋਂ ਬਾਅਦ, ਮਲੇਰਕੋਟਲਾ 'ਤੇ ਹਮਲੇ ਤੋਂ ਬਾਅਦ 66 ਕੂਕਾ ਸਿੱਖਾਂ ਨੇ ਆਪਣੇ ਆਪ ਦਾ ਆਤਮ ਸਮਰਪਣ ਕਰ ਦਿੱਤਾ। ਸਰੈਂਡਰ ਹੁੰਦਾ ਆ, ਸਰੈਂਡਰ ਤੋਂ ਸਰੈਂਡਰਡ ਮਤਲਬ ਸਮਰਪਣ ਕੀਤਾ, ਵੀ ਉਹਨਾਂ ਨੇ ਹਥਿਆਰ ਸੁੱਟਦੇ। ਸੋ ਹੁਣ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਤੁਹਾਨੂੰ ਜ਼ਿਆਦਾ ਡਿਟੇਲ 'ਚ ਜਾਣਾ ਪਏਗਾ, ਉਹ ਹਿਸਟਰੀ ਦਾ ਮਾਮਲਾ ਆ ਜਾਣਾ, ਆਪਾਂ ਇੰਗਲਿਸ਼ ਸਿੱਖ ਰਹੇ ਹਾਂ, ਇਸ ਗੱਲ ਨੂੰ ਯਾਦ ਰੱਖਿਓ। ਸੋ ਉੱਥੇ ਕੀ ਹੋਇਆ ਉਹ ਇੱਕ ਅਲੱਗ ਮੈਟਰ ਹੈ। ਇੱਥੇ ਤੁਸੀਂ ਸਿੱਖੋ ਦੈਮਸੈਲਵਸ ਦਾ ਕਿਵੇਂ ਯੂਜ਼ ਕਰਨਾ ਹੈ। ਦੈਮਸੈਲਵਸ ਆਪਣੇ ਆਪ ਨੂੰ, ਵੇਖੋ ਜੇ ਮੰਨ ਲਓ ਉੱਥੇ ਇੱਕ ਬੰਦੇ ਨੇ ਹਮਲਾ ਕੀਤਾ ਹੁੰਦਾ ਅਤੇ ਇੱਕ ਬੰਦਾ ਆਪਣੇ ਆਪ ਨੂੰ ਸਰੈਂਡਰ ਕਰਤਾ, ਅਤੇ ਆਪਾਂ ਕਹਾਂਗੇ ਉਹਨੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ, ਅਤੇ ਫਿਰ ਆ ਜਾਣਾ ਸੀ ਹੀ ਸਰੈਂਡਰਡ ਹਿਮਸੈਲਫ, ਵੀ ਉਹਨੇ ਹਿਮਸੈਲਫ ਆ ਜਾਣਾ ਸੀ। ਠੀਕ ਆ, ਜੇ ਮੰਨ ਲਓ ਕਿਸੇ ਬੁੱਢੀ ਨੇ ਹਮਲਾ ਕੀਤਾ, ਲੇਡੀ ਨੇ ਹਮਲਾ ਕੀਤਾ ਕਿਸੇ ਉੱਤੇ, ਅਤੇ ਉਹਨੇ ਬਾਅਦ 'ਚ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਅਤੇ ਉਹਨੂੰ ਕਹਾਂਗੇ ਸ਼ੀ ਸਰੈਂਡਰਡ ਹਰਸੈਲਫ, ਫਿਰ ਇੱਥੇ ਹਰਸੈਲਫ ਆ ਜਾਏਗਾ। ਪਰ ਹੁਣ ਬਹੁਤ ਜਣੇ ਨੇ ਕੂਕਾ ਸਿੱਖ, ਬਹੁਤ ਜਣੇ ਨੇ ਹੈ ਨਾ, ਉਹ 'ਚ ਮੰਨ ਲਓ ਬੀਬੀਆਂ ਨੇ ਜਾਂ ਬੰਦੇ ਨੇ, ਇਮੈਜਿਨ ਕਰੋ ਬੀਬੀਆਂ ਨੇ ਹਮਲਾ ਕੀਤਾ ਤਾਂ ਵੀ ਦੈਮਸੈਲਵਸ ਆਉਣਾ, ਜੇ ਬੰਦਿਆਂ ਨੇ ਹਮਲਾ ਕੀਤਾ ਤਾਂ ਵੀ ਦੈਮਸੈਲਵਸ ਆਉਣਾ। ਸਰੈਂਡਰਡ ਦੈਮਸੈਲਵਸ, ਇੱਦਾਂ ਨੂੰ ਵਰਤਣਾ ਦੈਮਸੈਲਵਸ। ਸੋ ਇਸ ਤੋਂ ਬਾਅਦ ਆ ਗਈ ਹੈ ਜੀ, ਇਹ ਉਹ ਤਸਵੀਰ, ਇਹ ਲੱਗੀਆਂ ਹੋਈਆਂ ਨੇ ਕੈਨਨ ਹੁੰਦੀ ਹੈ ਤੋਪ, ਅਤੇ ਇਹਦੇ ਉੱਤੇ ਇਹਦੇ ਅੱਗੇ ਜਿਹੜੇ ਨੇ ਕੂਕਾ ਸਿੱਖ ਨੇ ਜਿਨ੍ਹਾਂ ਨੇ ਸਰੈਂਡਰ ਕੀਤਾ ਸੀ ਉਹਨਾਂ ਨੂੰ ਬਿਠਾਇਆ ਗਿਆ। ਸੋ ਅੱਗੇ ਸਟੋਰੀ ਕੀ ਕਹਿੰਦੀ ਹੈ ਇਤਿਹਾਸ 'ਚ। ਕਾਓਨ ਮਿਸਟਰ ਕਾਓਨ ਜਿਹੜਾ ਮਲੇਰਕੋਟਲੇ ਦਾ ਉੱਥੋਂ ਦਾ ਸ਼ਾਸਕ ਸੀ, ਰੂਲਰ ਸੀ। ਕਾਓਨ ਵਾਜ਼ ਅ ਵੈਰੀ ਕਰੂਅਲ ਐਂਡ ਹਾਰਟਲੈਸ ਆਫਿਸਰ। ਹਾਰਟਲੈਸ ਦਾ ਮਤਲਬ ਹੁੰਦਾ ਆ ਵੀ ਜਿਹਦੇ ਵਿੱਚ ਪੱਥਰ ਦਿਲ ਹੁੰਦਾ ਨਾ, ਹਾਰਟ ਕਹਿੰਦੇ ਨੇ ਦਿਲ, ਅਤੇ ਹਾਰਟਲੈਸ ਮਤਲਬ ਵੀ ਜਿਹਦਾ ਵਿੱਚ ਦਿਲ ਹੀ ਨਹੀਂ ਹੈ, ਵੀ ਬੜਾ
ਜ਼ਾਲਮ ਸੀ। ਕਰੂਅਲ ਦਾ ਮਤਲਬ ਹੁੰਦਾ ਜ਼ਾਲਮ, ਹਾਰਟਲੈਸ ਵੀ ਸੇਮ ਹੈ। ਕੋਵਨ ਵਾਜ਼ ਅ ਵੈਰੀ ਕਰੂਅਲ ਐਂਡ ਹਾਰਟਲੈਸ ਆਫਿਸਰ, ਬੜਾ ਜ਼ਾਲਮ ਅਫਸਰ ਸੀ ਉਹ, ਠੀਕ ਆ। ਹੀ ਆਰਡਰਡ, ਆਰਡਰ ਹੁੰਦਾ ਆ ਆਰਡਰ ਕਰਨਾ, ਹੀ ਆਰਡਰਡ, ਉਹਨੇ ਆਰਡਰ ਕੀਤਾ, ਹੁਕਮ ਕੀਤਾ। ਦੈਟ ਮਤਲਬ ਕਿ all these ਕੂਕਾ 6, these ਦਾ ਮਤਲਬ ਹੈ ਇਹ, ਇੱਕ ਹੁੰਦਾ ਆ this ਦਾ ਮਤਲਬ ਇਹ, ਅਤੇ these ਦਾ ਮਤਲਬ ਵੀ ਇਹ। ਜੇ these 6 ਜ਼ਿਆਦਾ ਜਣੇ ਨੇ ਇਸ ਕਰਕੇ ਇੱਥੇ these ਆ ਗਿਆ, ਠੀਕ ਆ। ਜੇ ਉੱਥੇ ਇੱਕ ਸਿੱਖ ਹੁੰਦਾ ਤਾਂ ਫਿਰ ਕਹਿਣਾ ਸੀ this ਕੂਕਾ 6, ਪਰ ਇੱਥੇ ਬਹੁਤੇ ਸਿੱਖ ਨੇ। these ਕੂਕਾ 6 be blown off, ਇਹ ਇਕੱਠਾ ਹੀ ਪੜ੍ਹਨਾ ਹੈ। be blown off ਜਿਹਦਾ ਮਤਲਬ ਹੈ ਉਡਾ ਦਿੱਤੇ ਜਾਣ, be blown off ਉਡਾ ਦਿੱਤੇ ਜਾਣ, with the help of cannons, ਤੋਪਾਂ ਦੀ ਮਦਦ ਨਾਲ ਉਡਾ ਦਿੱਤੇ ਜਾਣ। ਉਹਨੇ ਆਰਡਰ ਦਿੱਤਾ ਕਿ ਸਾਰੇ ਕੂਕਾ ਸਿੱਖ ਤੋਪਾਂ ਦੀ ਮਦਦ ਨਾਲ ਉਡਾ ਦਿੱਤੇ ਜਾਣ, ਤੋਪਾਂ ਅੱਗੇ ਖੜੇ ਕਰਕੇ। ਦਾ ਕੂਕਾ 6, ਜਿਹੜੇ ਕੂਕਾ ਸਿੱਖ ਸੀ। ਬਰੇਵਲੀ ਫੇਸਡ, ਬਰੇਵਲੀ ਇਹ ਹੈਗੀ ਆ ਐਡਵਰਬ, ਠੀਕ ਆ। ਬਰੇਵਲੀ ਦਾ ਮਤਲਬ ਹੁੰਦਾ ਆ ਬਹਾਦਰੀ ਨਾਲ। ਫੇਸਡ ਮਤਲਬ ਕਿ ਸਾਹਮਣਾ ਕੀਤਾ, ਫੇਸ ਹੁੰਦਾ ਸਾਹਮਣਾ ਕਰਨਾ, ਫੇਸਡ ਸਾਹਮਣਾ ਕੀਤਾ। ਦਾ ਕੂਕਾ 6 bravely faced the cannon fire. The Kuka 6 bravely faced the cannon fire on their chest. On their chest, their ਦਾ ਮਤਲਬ ਹੈ ਆਪਣੀਆਂ, chest ਮਤਲਬ ਛਾਤੀਆਂ। The Kuka 6 bravely faced the cannon fire on their chest. ਵੀ ਤੋਪਾਂ ਦੇ ਜਿਹੜੇ ਵਾਰ ਸੀ ਉਹਨਾਂ ਨੇ ਆਪਣੀ ਛਾਤੀਆਂ 'ਤੇ ਬੜੀ ਬਹਾਦਰੀ ਨਾਲ ਝੱਲੇ, ਹੰਡਾਏ, ਫੇਸ ਕੀਤਾ। They sacrificed their lives for the sake of the freedom of their motherland. ਉਹਨਾਂ ਨੇ ਆਪਣੀ ਮਾਤ ਭੂਮੀ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਹੁਣ ਆਹ ਜਿਹੜੀ ਲਾਈਨ ਹੈ for the sake of the freedom of their motherland, ਇਹਨੂੰ ਬੜੇ ਧਿਆਨ ਨਾਲ ਸਮਝੋ। for the sake of ਵਾਸਤੇ, ਠੀਕ ਆ। sake ਵੀ ਉਹਦੇ ਵਾਸਤੇ, ਕਿਹਦੇ ਵਾਸਤੇ? the freedom of their motherland, ਆਪਣੀ ਮਾਤ ਭੂਮੀ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਵਨ ਨਾਮਧਾਰੀ ਸਿੱਖ, ਇੱਕ ਨਾਮਧਾਰੀ ਸਿੱਖ ਨੇਮਡ ਵਰਿਆਮ ਸਿੰਘ, ਜਿਹਦਾ ਨਾਮ ਵਰਿਆਮ ਸਿੰਘ ਸੀ, ਫਰੋਮ ਵਿਲੇਜ ਮਹਿਰਾਜ, ਪਿੰਡ ਮਹਿਰਾਜ ਤੋਂ, ਡਿਸਟ੍ਰਿਕਟ ਬਠਿੰਡਾ, ਵਾਜ਼ ਟੂ ਸ਼ਾਰਟ, ਇਹਨੂੰ ਟੂ ਸ਼ਾਰਟ ਨੂੰ ਇਕੱਠਾ ਪੜ੍ਹਨਾ ਆ। TOO ਦਾ ਮਤਲਬ ਦਾ ਇੱਥੇ ਹੈ ਇੰਨਾ, ਵਾਜ਼ ਟੂ ਸ਼ਾਰਟ, ਟੂ, ਠੀਕ ਆ ਬਈ ਉਹ ਇੰਨਾ ਕੁ ਸ਼ਾਰਟ ਸੀ। ਇਨ ਸਟੈਚਰ, ਸਟੈਚਰ ਮਤਲਬ ਕਿ ਹਾਈਟ, ਸਭ ਤੋਂ ਟੌਪ 'ਤੇ ਜਦੋਂ ਵਰਡ ਆਏ ਸੀ ਉੱਥੇ ਆ ਗਿਆ ਸੀ ਸਟੈਚਰ। ਹੀ ਵਾਜ਼ ਟੂ ਸ਼ਾਰਟ, ਠੀਕ ਆ ਵੀ ਉਹ ਇੰਨਾ ਛੋਟਾ ਸੀ। ਟੂ ਰੀਚ ਦਾ ਲੈਵਲ ਆਫ ਦੀ ਕੈਨਨਸ ਮਾਊਥ, ਟੂ ਰੀਚ ਮਤਲਬ ਪਹੁੰਚਣਾ, ਦਾ ਲੈਵਲ ਹੁੰਦਾ ਹੈ ਜਿੱਦਾਂ ਉਹਦਾ ਲੈਵਲ ਉੱਚਾ ਸੀ ਨਾ, ਬਈ ਜਿਹੜੀ ਤੋਪ ਸੀ ਉਹਦਾ ਮੂੰਹ ਦਾ ਲੈਵਲ ਸੀ ਉਹ ਉੱਚਾ ਸੀ, ਅਤੇ ਜਿਹੜਾ ਸਿੱਖ ਸੀ ਇਹ ਬੜਾ ਛੋਟਾ ਸੀ, ਉਮਰ ਘੱਟ ਸੀ। ਸੋ ਇਸ ਵਾਸਤੇ ਉਹਨੇ ਕੀ ਕੀਤਾ, ਵਨ ਨਾਮਧਾਰੀ ਸਿੱਖ ਨੇਮਡ ਵਰਿਆਮ ਸਿੰਘ, ਇੱਕ ਨਾਮਧਾਰੀ ਸਿੱਖ ਜਿਹਦਾ ਨਾਮ ਵਰਿਆਮ ਸਿੰਘ ਸੀ, ਫਰੋਮ ਵਿਲੇਜ ਮਹਿਰਾਜ ਪਿੰਡ ਦਾ, ਬਠਿੰਡਾ ਜ਼ਿਲ੍ਹੇ ਤੋਂ। ਉਹ ਇੰਨਾ ਛੋਟਾ ਸੀ ਹਾਈਟ ਵਿੱਚ ਕਿ ਉਹ ਤੋਪ ਦੇ ਮੂੰਹ ਦੇ ਲੈਵਲ 'ਤੇ ਨਹੀਂ ਪਹੁੰਚ ਸਕਦਾ ਸੀ, ਠੀਕ ਆ। ਹੀ ਵਾਜ਼ ਸੋ ਬਰੇਵ, ਉਹ ਇੰਨਾ ਬਹਾਦਰ ਸੀ। ਹੀ ਵਾਜ਼ ਸੋ ਬਰੇਵ, ਉਹ ਇੰਨਾ ਬਹਾਦਰ ਸੀ। ਦੈਟ ਹੀ ਕਲੈਕਟਡ, ਦੈਟ ਦਾ ਮਤਲਬ ਕਿ ਹੀ ਕਲੈਕਟ ਦਾ ਮਤਲਬ ਹੁੰਦਾ ਇਕੱਠਾ ਕਰਨਾ, ਠੀਕ ਆ। ਹੀ ਕਲੈਕਟਡ ਸਮ ਪੈਬਲਸ, ਇਹਨੂੰ ਕਹਿਣਾ ਪੈਬਲ ਹੁੰਦੇ ਨੇ ਠੀਕਰੀਆਂ, ਵੱਟੇ, ਓਕੇ ਜੀ। ਸੋ ਉਹਨੇ ਕੀ ਕੀਤਾ, ਉਹਨੇ ਠੀਕਰੀਆਂ ਇਕੱਠੀਆਂ ਕੀਤੀਆਂ, ਵੱਟੇ ਜੇ ਇਕੱਠੇ ਕੀਤੇ। ਐਂਡ ਸਟੂਡ ਅਪੋਨ ਦੈਮ, ਅਤੇ ਉਹਨਾਂ ਉੱਤੇ ਖੜਾ ਹੋ ਗਿਆ, ਵੀ ਇੱਕ ਢੇਰ ਜਿਹਾ ਲਾਇਆ ਉਹਨੇ ਅਤੇ ਉਹਨਾਂ ਉੱਤੇ ਖੜਾ ਹੋ ਗਿਆ, ਜਿੱਦਾਂ ਪਿੱਛੇ ਫੋਟੋ ਵਿੱਚ ਆਇਆ ਵੀ ਸੀ, ਠੀਕ ਆ। ਆਪਾਂ ਦੇਖ ਲੈਂਦੇ ਕਰੀ, ਆਹ ਦੇਖੋ ਉਹਨੇ ਢੇਰ ਜਿਹਾ ਲਾਇਆ ਤਾਂ ਉਹਦੇ 'ਤੇ ਖੜਾ ਹੋ ਗਿਆ। ਖੈਰ ਪੈਬਲਸ ਇਕੱਠੇ ਕੀਤੇ ਮਤਲਬ ਠੀਕਰੀਆਂ ਇਕੱਠੀਆਂ ਕੀਤੀਆਂ। ਸਟੂਡ ਅਪੋਨ ਦੈਮ ਮਤਲਬ ਉਹਨਾਂ 'ਤੇ। ਹੁਣ ਦੈਮ ਵਰਡ ਜਿਹੜਾ ਉਹ ਠੀਕਰੀਆਂ ਵਾਸਤੇ ਆਇਆ, ਠੀਕਰੀਆਂ ਜ਼ਿਆਦਾ ਨੇ ਇਸ ਕਰਕੇ, ਸੋ ਅਪੋਨ ਦੈਮ। ਐਂਡ ਦੈਨ ਚੈਲੰਜਡ, ਅਤੇ ਫਿਰ ਉਹਨੇ ਚੈਲੰਜ ਕੀਤਾ ਬ੍ਰਿਟਿਸ਼ ਆਫਿਸਰ ਨੂੰ। ਐਂਡ ਦੈਨ ਚੈਲੰਜਡ ਦ ਬ੍ਰਿਟਿਸ਼ ਆਫਿਸਰ ਟੂ ਫਾਇਰ, ਉਹਨੇ ਕਿਹਾ ਵੀ ਹੁਣ ਚਲਾ ਗੋਲਾ, ਫਿਰ ਉਹਨੇ ਚੈਲੰਜ ਕੀਤਾ। ਅਨਦਰ ਬॉय, ਇੱਕ ਹੋਰ ਮੁੰਡਾ, ਬਿਸ਼ਨ ਸਿੰਘ, ਫਰੋਮ ਵਿਲੇਜ ਰਾੜ, ਡਿਸਟ੍ਰਿਕਟ ਮਾਨਸਾ, ਵਾਜ਼ 12 years old। ਬਿਸ਼ਨ ਸਿੰਘ ਨਾਂ ਦਾ ਜਿਹੜਾ ਇੱਕ ਹੋਰ ਮੁੰਡਾ ਸੀ, ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਰਾੜ ਤੋਂ 12 ਸਾਲਾਂ ਦਾ ਸੀ। ਹੀ ਵਾਜ਼ ਕੱਟ ਟੂ ਪੀਸਿਸ, ਉਹਨੂੰ ਟੁਕੜੇ ਕਰ ਦਿੱਤਾ ਗਿਆ, ਪੀਸ ਹੁੰਦਾ ਟੁਕੜਾ।
ਹੀ ਵਾਸ ਕੱਟ ਟੂ ਪੀਸਿਸ, ਉਹਨੂੰ ਟੁਕੜੇ ਟੁਕੜੇ ਕਰਤਾ ਗਿਆ। ਬਿਕਾਜ਼ ਮਤਲਬ ਕਿਉਂਕਿ ਹੀ ਕੌਟ ਦਾ ਮਤਲਬ ਹੈ ਕੈਚ, ਜਿੱਦਾਂ ਆਪਾਂ ਕਹਿੰਦੇ ਕੈਚ ਫੜ, ਅਤੇ ਕੌਟ ਦਾ ਮਤਲਬ ਫੜਿਆ, ਠੀਕ ਹੈ। ਹੀ ਕੌਟ ਹੋਲਡ ਆਫ ਦਾ ਬੀਅਰਡ ਆਫ ਦਾ ਬ੍ਰਿਟਿਸ਼ ਆਫਿਸਰ ਮਿਸਟਰ ਕਾਊਨ। ਉਹਨੇ ਕੀ ਕੀਤਾ ਸੀ, ਬ੍ਰਿਟਿਸ਼ ਅਫਸਰ ਦੀ ਦਾੜੀ ਪੁੱਟਤੀ ਸੀ ਜਾ ਕੇ, ਉਹਨੂੰ ਫੜ ਲਿਆ ਸੀ ਜਾ ਕੇ, ਦਾੜੀ ਨੂੰ ਫੜ ਕੇ ਪੁੱਟਣ ਲੱਗ ਪਿਆ ਸੀ। ਖੈਰ ਵੀ ਉਹ 'ਚ ਇੰਨਾ ਜੋਸ਼ ਸੀ ਵੀ ਉਹ ਪੈ ਗਿਆ ਜਾ ਕੇ। ਮੁੰਡਾ ਸੀ 12 ਸਾਲਾਂ ਦਾ, ਦਲੇਰ ਸੀ ਉਹ। ਹੀ ਕੌਟ ਹੋਲਡ ਆਫ ਦਾ ਬੀਅਰਡ, ਠੀਕ ਹੈ, ਬੀਅਰਡ ਹੁੰਦਾ ਦਾੜੀ। ਸੋ ਇੱਥੋਂ ਵੇਖੋ ਨਵੇਂ ਵਰਡਸ, ਵੋਕੈਬਲਰੀ ਵੱਧ ਰਹੀ ਹੈ ਨਾ। ਉੱਦਾਂ ਕਿਸੇ ਨੂੰ ਕੀ ਪਤਾ ਵੀ ਦਾੜੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ। ਸੋ ਇੱਥੇ ਇੱਦਾਂ ਨਵੇਂ ਵਰਡਸ ਆ ਰਹੇ ਨੇ। ਸੋ ਹੀ ਕੌਟ ਹੋਲਡ ਆਫ ਦਾ ਬੀਅਰਡ ਆਫ ਦਾ ਬ੍ਰਿਟਿਸ਼ ਆਫਿਸਰ ਮਿਸਟਰ ਕਾਊਨ, ਜਿਹੜਾ ਬ੍ਰਿਟਿਸ਼ ਆਫਿਸਰ ਸੀ, ਉਹਦੀ ਦਾੜੀ ਫੜ ਲਈ ਸੀ ਉਹਨੇ। Such was the great spirit of these fighters for freedom. Such was the great spirit. ਇੰਨੀ ਕੁ ਲਾਈਨ ਵੇਖੋ ਕਿੰਨੀ ਪਿਆਰੀ ਹੈ। Such was the great spirit. Great ਮਤਲਬ ਮਹਾਨ, spirit ਮਤਲਬ ਜੋਸ਼, spirit ਭਰਨਾ, ਜਿੱਦਾਂ ਕਹਿੰਦੇ ਜੋਸ਼ ਭਰਨਾ। ਸੱਚ ਮਤਲਬ ਅਜਿਹੀ ਸੀ, ਠੀਕ ਆ, ਮਹਾਨ ਉਹਨਾਂ ਦੀ ਸਪਿਰਿਟ, ਅਜਿਹਾ ਸੀ ਉਹਨਾਂ ਦਾ ਵਧੀਆ ਜੋਸ਼ ਸੀ ਉਹਨਾਂ ਦੇ ਵਿੱਚ। Such was the great spirit. ਇਹੋ ਜਿਹੀ ਸੀ ਉਹਨਾਂ ਦੀ ਸਪਿਰਿਟ। Such was the great spirit of these fighters for freedom. ਇਹਨਾਂ ਆਜ਼ਾਦੀ ਵਾਸਤੇ ਲੜਨ ਵਾਲਿਆਂ ਦਾ ਇਹੋ ਜਿਹਾ ਮਹਾਨ ਜੋਸ਼ ਸੀ, ਇਹੋ ਜਿਹੀ ਮਹਾਨ ਸਪਿਰਿਟ ਸੀ। How can their memory ever die? How ਦਾ ਮਤਲਬ ਕਿਵੇਂ, can ਮਤਲਬ ਸਕਦੀ, their memory ਉਹਨਾਂ ਦੀ ਯਾਦ, their ਦਾ ਮਤਲਬ ਉਹਨਾਂ ਦੀ, memory ਮਤਲਬ ਯਾਦ, ever ਮਤਲਬ ਕਦੇ, die ਮਤਲਬ ਮਰ। ਉਹਨਾਂ ਦੀ ਯਾਦ ਕਦੇ ਕਿਵੇਂ ਮਰ ਸਕਦੀ ਹੈ। How can their memory ever die? ਉਹਨਾਂ ਦੀ ਯਾਦ ਕਦੇ ਕਿਵੇਂ ਮਰ ਸਕਦੀ ਹੈ, ਠੀਕ ਹੈ। ਹੁਣ ਅਗਲੀ ਲਾਈਨ, the entire ਦਾ ਮਤਲਬ ਕੀ ਹੁੰਦਾ ਹੈ। entire ਦਾ ਮਤਲਬ ਹੁੰਦਾ ਸਾਰਾ। the entire nation, ਸਾਰਾ nation ਵੀ ਪੂਰਾ ਦੇਸ਼, will always be proud of them. will ਦਾ ਮਤਲਬ ਹੋਵੇਗਾ, will always be proud of them. proud of them ਦਾ ਮਤਲਬ ਉਹਨਾਂ ਦੇ ਉੱਤੇ ਮਾਣ ਕਰੇਗਾ। ਸਾਰਾ ਦੇਸ਼ ਹਮੇਸ਼ਾ, always ਹਮੇਸ਼ਾ ਉਹਨਾਂ 'ਤੇ ਮਾਣ ਕਰੇਗਾ। we ਅਸੀਂ bow our heads. bow ਦਾ ਮਤਲਬ ਉਹ ਜਿੱਦਾਂ ਇੱਕ ਤੀਰ ਕਮਾਨ ਹੁੰਦਾ ਨਾ, ਉਹਦੇ ਵਿੱਚ ਜਿਹੜਾ ਕਮਾਨ ਹੁੰਦਾ ਆ ਉਹਨੂੰ bow ਕਹਿੰਦੇ ਨੇ, ਪਰ ਇੱਥੇ bow ਦਾ ਮਤਲਬ ਆ ਝੁਕਾਉਣਾ। we bow our heads. ਵੀ ਅਸੀਂ ਆਪਣੇ ਸਿਰ ਝੁਕਾਉਂਦੇ ਹਾਂ। bow our heads, ਸਿਰ ਝੁਕਾਉਂਦੇ ਹਾਂ, ਅਸੀਂ ਆਪਣੇ ਸਿਰ ਝੁਕਾਉਂਦੇ ਹਾਂ। to these great martyrs. ਇਹਨੂੰ martyr ਪੜ੍ਹਨਾ ਆ। ਕੀ ਪੜ੍ਹਨਾ ਆ? martyrs who laid down their lives, laid down. ਇੱਥੇ ਇਹ ਵਰਡ ਇਕੱਠਾ ਹੀ ਆਉਣਾ ਆ, laid down, ਵੀ ਉਹਨਾਂ ਨੇ ਜਾਨਾਂ ਵਿਛਾ ਦਿੱਤੀਆਂ, ਕੁਰਬਾਨ ਕਰ ਦਿੱਤੀਆਂ। who ਮਤਲਬ ਜਿਨ੍ਹਾਂ ਨੇ, who laid down their lives in courage and glory. ਜਿਨ੍ਹਾਂ ਨੇ ਆਪਣੀਆਂ ਜਾਨਾਂ ਦਲੇਰੀ ਅਤੇ ਸ਼ਾਨ ਦੇ ਵਿੱਚ ਕੁਰਬਾਨ ਕਰ ਦਿੱਤੀਆਂ, ਠੀਕ ਹੈ ਜੀ। ਸੋ ਸ਼ਹੀਦ ਹੁੰਦਾ ਆ ਮਾਰਟਰ, ਓਕੇ ਜੀ। ਅਤੇ ਜਦੋਂ ਸ਼ਹਾਦਤ ਹੁੰਦੀ ਹੈ ਉਹਨੂੰ ਕਹਿੰਦੇ ਆ ਮਾਰਟਰਡਮ। ਇਸ ਲੈਸਨ ਦੀ ਗਲੋਸਰੀ ਮਤਲਬ ਕਿ ਇਹ ਜੋ ਉੱਤੇ ਵਰਡ ਲਿਖਿਆ, ਗਲੋਸਰੀ ਮਤਲਬ ਕਿ ਔਖੇ ਸ਼ਬਦਾਂ ਦੇ ਅਰਥ। ਕੀ ਕਹਿੰਦੇ ਨੇ ਔਖੇ ਸ਼ਬਦਾਂ ਦੇ ਅਰਥ? ਗਲਿੰਪਸ, ਕੁਇਕ ਲੁੱਕ ਮਤਲਬ ਦੇਖਣਾ, ਕੁਇਕ ਮਤਲਬ ਜਲਦੀ ਨਾਲ। ਸੋ ਇੱਕ ਝਾਤ ਜਿਹਨੂੰ ਕਹਿੰਦੇ ਹਾਂ ਆਪਾਂ। ਆਰਡੀਨਰੀ, ਨਾਰਮਲ, ਸਧਾਰਨ ਇਹਦਾ ਮਤਲਬ ਹੈ। ਅਟੇਨ ਮਤਲਬ ਪ੍ਰਾਪਤ ਕਰਨਾ, ਅਚੀਵ ਵੀ ਕਹਿ ਸਕਦੇ ਹਾਂ, ਸੇਮ ਮਤਲਬ ਹੈ। ਇੰਡੀਪੈਂਡੈਂਸ, ਫਰੀਡਮ। ਸਪੈਕਟੇਟਰ, ਤਮਾਸ਼ਬੀਨ, ਔਨ ਲੁਕਰ, ਠੀਕ ਹੈ, ਤਮਾਸ਼ਾ ਵੇਖਣ ਵਾਲੇ। ਜਾਂ ਫੁੱਟਬਾਲ ਦਾ ਮੈਚ ਜਾਂ ਇੱਦਾਂ ਦਾ ਕੁਛ ਚੱਲਦਾ ਹੋਵੇ, ਉਹਦੇ ਬਾਹਰ ਖਲੋਤੇ ਲੋਕ, ਜਾਂ ਫਿਰ ਕਿਸੇ ਨੂੰ ਕੁੱਟ ਪੈਂਦੀ ਅਤੇ ਬਾਹਰ ਖਲੋਤੇ ਤਮਾਸ਼ਾ ਵੇਖਣ ਵਾਲੇ, ਉਹਨੂੰ ਸਪੈਕਟੇਟਰ ਕਹਿ ਦਿੰਦੇ ਆ, ਠੀਕ ਹੈ। ਡੋਂਟ ਬੀ ਅ ਸਾਇਲੈਂਟ ਸਪੈਕਟੇਟਰ, ਇੱਕ ਸ਼ਾਂਤਮਈ ਤਮਾਸ਼ਬੀਨ ਨਾ ਬਣੋ, ਵਿਰੋਧ ਕਰੋ। ਸਰਾਊਂਡਡ ਮਤਲਬ ਘਿਰਿਆ ਹੋਇਆ, ਇਨਕਲੋਜ਼ਡ। ਕਰੂਅਲ, ਜ਼ਾਲਮ, ਇਨਹਿਊਮਨ ਕਹਿੰਦੇ ਨਾ ਮਨੁੱਖ, ਇਨਸਾਨ, ਇਹਦੇ 'ਚ ਨਾ ਇਨਸਾਨੀਅਤ ਹੈ ਨਹੀਂ। ਕੈਨਨ, ਤੋਪ, ਮਾਊਂਟਡ ਗਨ। ਸਟੈਚਰ, ਹਾਈਟ। ਪੈਬਲਸ, ਸਟੋਨਸ। ਕਰੇਜ, ਬਰੇਵਰੀ, ਦਲੇਰੀ ਨੂੰ ਕਹਿੰਦੇ ਆ, ਦਲੇਰੀ, ਬਹਾਦਰੀ, ਠੀਕ ਹੈ, ਸੇਮ ਹੈ। ਗਲੋਰੀ, ਫੇਮ ਮਤਲਬ ਕਿ ਸ਼ਾਨ। ਇਸ ਤੋਂ ਬਾਅਦ ਐਕਸਰਸਾਈਜ਼ ਮਤਲਬ ਕਿ ਤੁਹਾਡੇ ਦਿਮਾਗ ਦੀ ਐਕਸਰਸਾਈਜ਼, ਅਤੇ ਆਪਾਂ ਇਹਨੂੰ ਕਰਨੀ ਆ। ਐਕਸਰਸਾਈਜ਼ ਹਮੇਸ਼ਾ ਇਸੇ ਵਾਸਤੇ ਹੁੰਦੀ ਹੈ ਕਿ ਆਪਣੀ ਲਿਮਿਟ ਤੋਂ ਬਾਹਰ ਜਾਣਾ। ਜਿੰਨਾ ਜ਼ੋਰ ਲੱਗਦਾ ਸਰੀਰ ਦਾ, ਦਿਮਾਗ ਦਾ, ਉਹ ਤੋਂ ਜ਼ਿਆਦਾ ਲਾਉਣ ਦੀ ਕੋਸ਼ਿਸ਼ ਕਰਨੀ, ਫਿਰ ਹੀ ਬੰਦਾ ਸਿੱਖਦਾ। ਲੈਟਸ ਆਨਸਰ ਦ ਫੋਲੋਇੰਗ ਕੁਐਸਚਨਸ। ਵਿਚ ਵਾਜ਼ ਨਾਟ ਐਨ ਆਰਡੀਨਰੀ ਈਅਰ। ਵਿਚ ਮਤਲਬ ਕਿਹੜਾ ਸਾਲ ਸਧਾਰਨ ਨਹੀਂ ਸੀ, ਠੀਕ ਹੈ। ਕਿਹੜਾ ਸਾਲ ਸਧਾਰਨ ਨਹੀਂ ਸੀ।
ਐਨ ਆਰਡੀਨਰੀ ਲੱਗ ਗਿਆ ਹੈ, ਐਨ ਹੀ ਲੱਗਣਾ ਹੈ ਇੱਥੇ, ਇਹ ਨਹੀਂ ਕਿ ਇਹ ਇਕੱਲੀ ਨਹੀਂ ਲੱਗ ਸਕਦੀ, ਐਨ ਆਰਡੀਨਰੀ ਹੀ ਲੱਗਣਾ ਇੱਥੇ, ਠੀਕ ਹੈ। ਸਧਾਰਨ ਸਾਲ, ਕਿਹੜਾ ਸਾਲ ਸਧਾਰਨ ਨਹੀਂ ਸੀ, ਕਿਹੜਾ ਸੀ ਉੱਪਰ ਪੜ੍ਹ ਕੇ ਐਂ ਲਿਖੋ ਇੱਥੇ। ਹੂ ਵਾਜ਼ ਐਂਗਰੀ ਵਿਦ ਦ ਬ੍ਰਿਟਿਸ਼ ਰੂਲ, ਕੌਣ ਗੁੱਸੇ ਸੀ ਬ੍ਰਿਟਿਸ਼ ਰੂਲ ਦੇ ਨਾਲ, ਦ ਪੀਪਲ ਆਫ ਇੰਡੀਆ, ਠੀਕ ਆ, ਦ ਪੀਪਲ ਆਫ ਇੰਡੀਆ ਵਰ ਐਂਗਰੀ ਵਿਦ ਦ ਬ੍ਰਿਟਿਸ਼ ਰੂਲ। ਵਾਟ ਡਿਡ ਦ ਪੀਪਲ ਆਫ ਇੰਡੀਆ ਵਾਂਟ, ਹੁਣ ਇਹ ਦੇਖੋ ਇਹਦੇ ਵਿੱਚ ਸੈਂਟੈਂਸ ਬਣ ਗਿਆ ਵਾਟ ਡਿਡ ਦ ਪੀਪਲ ਆਫ ਇੰਡੀਆ ਵਾਂਟ। ਵਾਂਟ ਦਾ ਮਤਲਬ ਹੁੰਦਾ ਚਾਹੁੰਦਾ, ਚਾਹੁੰਦੇ, ਚਾਹੁੰਦੀ, ਚਾਹੁਣਾ ਕਿਸੇ ਚੀਜ਼ ਨੂੰ, ਠੀਕ ਹੈ। ਇੰਡੀਆ ਦੇ ਲੋਕ ਕੀ ਚਾਹੁੰਦੇ ਸੀ, ਹੁਣ ਇੱਥੇ ਵਾਂਟ ਦਾ ਮਤਲਬ ਵਾਂਟਡ ਨਹੀਂ ਹੈ ਨਾ, ਇੱਥੇ ਵਾਂਟ ਲਿਖਿਆ ਹੋਇਆ, ਠੀਕ ਹੈ। ਵਾਟ ਡਿਡ ਦ ਪੀਪਲ ਆਫ ਇੰਡੀਆ ਵਾਂਟ, ਫਸਟ ਫਾਰਮ ਲੱਗੀ ਹੈ ਵਾਂਟ, ਪਰ ਕਿਉਂ ਲੱਗੀ, ਕਿਉਂਕਿ ਇੱਥੇ ਡਿਡ ਆ ਗਿਆ। ਇੰਡੀਆ ਦੇ ਲੋਕ ਕੀ ਚਾਹੁੰਦੇ ਸੀ, ਕੀ ਚਾਹੁੰਦੇ ਸੀ ਇੰਡੀਆ ਦੇ ਲੋਕ, ਪੂਰੀ ਲਾਈਨ ਇੱਥੇ ਲਿਖੋ, ਉੱਪਰ ਆਈ ਹੋਈ ਆ, ਠੀਕ ਹੈ। ਚੌਥਾ ਕੁਐਸਚਨ ਹੈ ਵੇਅਰ ਵਾਜ਼ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਬੋਰਨ, ਵੀ ਕਿੱਥੇ ਪੈਦਾ ਹੋਏ ਸੀ, ਲਿਖੋ ਜੀ। ਹੂ ਵਾਜ਼ ਦ ਇੰਚਾਰਜ ਆਫ ਦ ਟਾਊਨ, ਕੌਣ ਸੀ ਇੰਚਾਰਜ ਜਿਹਦਾ ਨਾਮ ਥੋੜ੍ਹਾ ਜਿਹਾ ਔਖਾ ਜਿਹਾ ਮਿਸਟਰ ਕਰਕੇ, ਸੋ ਲਿਖ ਕੇ ਮਿਸਟਰ ਅਤੇ ਉਹਦਾ ਨਾਮ ਲਿਖ ਕੇ ਫਿਰ ਲਿਖ ਦੇਣਾ ਵਾਜ਼ ਦ ਇੰਚਾਰਜ ਆਫ ਦ ਟਾਊਨ। ਹੂ ਸੈਕਰੀਫਾਈਸਡ ਦੇਅਰ ਲਾਈਵਸ ਐਂਡ ਵਾਈ, ਹੁਣ ਆ 5ਵੀਂ ਕਲਾਸ 'ਚ ਸੈਕਰੀਫਾਈਸ ਵਰਡ ਆ ਰਿਹਾ ਇੱਥੇ, 12ਵੀਂ ਪੜ੍ਹ ਚੁੱਕੇ ਲੋਕਾਂ ਨੂੰ ਵੀ ਯਾਦ ਨਹੀਂ ਹੁੰਦਾ ਕਿ ਕੁਰਬਾਨੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ, ਕੁਰਬਾਨੀ ਦਿੱਤੀ। ਹੂ ਸੈਕਰੀਫਾਈਸਡ, ਕਿੰਨੇ ਕੁਰਬਾਨੀ ਦਿੱਤੀ, ਹੂ ਸੈਕਰੀਫਾਈਸਡ ਦੇਅਰ ਲਾਈਵਸ, ਕਿੰਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਕਿਉਂ, ਐਂਡ ਵਾਈ ਮਤਲਬ ਕਿਉਂ, ਇਹਦਾ ਇਹ ਮਤਲਬ ਹੈ ਕੌਣ ਸਾਨੂੰ, ਡਿਟੇਲ ਦਿੱਤੀ ਹੋਈ ਹੈ ਸਾਰੀ ਲੈਸਨ 'ਚ। ਬੁੱਕ ਡਾਊਨਲੋਡ ਕਰ ਲਓ ਜੇ ਤੁਹਾਡੇ ਕੋਲ ਕਿਤਾਬ ਨਹੀਂ ਹੈ, ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਗੂਗਲ 'ਤੇ ਜਾ ਕੇ ਟਾਈਪ ਕਰੋ 5th ਕਲਾਸ ਇੰਗਲਿਸ਼ ਬੁੱਕ PSEB, ਸਾਹਮਣੇ ਲਿੰਕ ਆ ਜਾਏਗਾ, ਟੌਪ 'ਤੇ ਕਲਿੱਕ ਕਰੋ, ਜਾ ਕੇ ਇੰਗਲਿਸ਼ ਦੀ ਬੁੱਕ ਡਾਊਨਲੋਡ ਕਰ ਲਓ ਫ਼ੋਨ 'ਚ, ਜਾਂ ਫਿਰ ਤੁਸੀਂ ਕਿਤਾਬ ਲੈ ਸਕਦੇ ਹੋ ਕਿਸੇ ਕੋਲੋਂ, ਜਾਂ ਫਿਰ ਇਹ ਵੀਡੀਓ ਤੁਹਾਨੂੰ ਬੈਕ ਕਰਕੇ ਦੇਖਣੀ ਪੈਣੀ ਹੈ। ਮੇਕ ਸੈਂਟੈਂਸਿਸ ਯੂਜ਼ਿੰਗ ਦ ਵਰਡਸ ਗਿਵਨ ਬਿਲੋ, ਉਹ ਕਹਿੰਦੇ ਵੀ ਆਹ ਜਿਹੜੇ ਵਰਡਸ ਦਿੱਤੇ ਹੋਏ ਨੇ ਗਿਵਨ ਬਿਲੋ ਮਤਲਬ ਥੱਲੇ ਦਿੱਤੇ ਹੋਏ ਜਿਹੜੇ ਸ਼ਬਦ ਨੇ ਇਹਨਾਂ ਤੋਂ ਸੈਂਟੈਂਸ ਬਣਾਓ, ਯੂਜ਼ ਕਰੋ ਇਹਨਾਂ ਨੂੰ, ਅਤੇ ਇਹਨਾਂ ਨੂੰ ਉਹੀ ਵਰਤ ਸਕਦਾ ਨਾ ਜਿਨ੍ਹਾਂ ਨੂੰ ਇਹਦਾ ਮਤਲਬ ਪਤਾ ਹੋਣਗੇ। ਹਿਸਟਰੀ ਇਤਿਹਾਸ, ਆਫਿਸਰ ਪਤਾ, ਰੂਲਰ ਸ਼ਾਸਕ, ਫਰੀਡਮ ਆਜ਼ਾਦੀ, ਪਾਵਰਫੁਲ ਨੇਸ਼ਨ। ਸੋ ਫਿਰ ਤੁਸੀਂ ਇੱਥੇ ਸੈਂਟੈਂਸ ਬਣਾਉਣੇ ਆ ਇਹਨਾਂ ਦੇ ਨਾਲ ਸੰਬੰਧਿਤ, ਹਿਸਟਰੀ, ਠੀਕ ਹੈ, ਫਿਰ ਆਫਿਸਰ, ਇੱਦਾਂ ਜੇ ਤਾਂ ਤੁਹਾਨੂੰ ਇਹਨਾਂ ਦਾ ਮੀਨਿੰਗ ਪਤਾ ਹੈ ਤਾਂ ਫਿਰ ਤੁਸੀਂ ਲਾਈਨ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਅਦਰਵਾਈਜ਼ ਨਹੀਂ। ਰਾਈਟ ਟਰੂ ਔਰ ਫਾਲਸ, ਸਹੀ ਔਰ ਗਲਤ ਦੱਸਣਾ ਹੈ। ਸੋ ਇਹਦੇ ਵਿੱਚ ਜਿਹੜੇ ਸਹੀ ਔਰ ਗਲਤ ਨੇ ਉਹਨਾਂ ਨੂੰ ਟਰੂ ਅਤੇ ਫਾਲਸ ਲਿਖਣਾ ਹੈ। ਇੱਥੇ ਕਿਹੜੀ ਚੀਜ਼ ਹੈ, ਪੜ੍ਹੋ ਇਹਨੂੰ, ਸਾਰਾ ਲੈਸਨ ਉੱਤੇ ਪੜ੍ਹਾਤਾ ਗਿਆ। ਕੋਈ ਵੀ ਇਹਦੇ ਵਿੱਚ ਐਸਾ ਵਰਡ ਨਹੀਂ ਹੈ ਜਿਹਦਾ ਤੁਹਾਨੂੰ ਮੀਨਿੰਗ ਨਹੀਂ ਦੱਸਿਆ ਗਿਆ, ਕੋਈ ਬਹਾਨਾ ਨਹੀਂ ਹੈ। ਇਹ ਕਾ ਕਰ ਲਓ ਵੀ ਮੈਚ ਦਾ ਸਿਨੋਨਿਮਸ ਹੁੰਦੇ ਆ ਕਿ ਜਿਹਦਾ ਇੱਕੋ ਜਿਹਾ ਮਤਲਬ ਹੋਵੇ, ਸਿਨੋਨਿਮਸ ਉਹਨਾਂ ਨੂੰ ਕਹਿੰਦੇ ਨੇ। ਡੇਲੀ, ਸੋ ਇਹਨਾਂ ਨੂੰ ਮੈਚ ਕਰਨਾ ਆ, ਡੇਲੀ। ਸੋ ਮੈਚ ਕੌਣ ਕਰ ਸਕਦਾ ਆ, ਸਹੀ ਆਨਸਰ ਉਹ ਦੇ ਸਕਦਾ ਜਿਹਨੂੰ ਇਹਨਾਂ ਦਾ ਵੀ ਮਤਲਬ ਪਤਾ, ਇੱਧਰ ਵਾਲਿਆਂ ਦੇ ਵੀ ਅਤੇ ਇੱਧਰ ਵਾਲਿਆਂ ਦੇ ਵੀ, ਉਹੀ ਮੈਚ ਕਰ ਸਕਦਾ ਆ। ਮੈਂ ਤੁਹਾਨੂੰ ਮੀਨਿੰਗ ਦੱਸ ਦੇਣਾ, ਮੈਚ ਤੁਸੀਂ ਆਪ ਕਰੋਗੇ। ਡੇਲੀ ਮਤਲਬ ਰੋਜ਼, ਇੰਪੋਰਟੈਂਟ ਜ਼ਰੂਰੀ, ਸਿੰਬਲ ਮਤਲਬ ਨਿਸ਼ਾਨ, ਗੈਟ ਮਤਲਬ ਪ੍ਰਾਪਤ ਕਰਨਾ, ਹਾਈਡ ਲੁਕਾਉਣਾ, ਇਰਰੈਲੇਵੈਂਟ ਹੁੰਦਾ ਆ ਵੀ ਜਿਹੜੀ ਚੀਜ਼ ਕਿਸੇ ਚੀਜ਼ ਨਾਲ ਸੰਬੰਧਿਤ ਨਾ ਹੋਵੇ। ਜਿੱਦਾਂ ਮੰਨ ਲਓ ਆਪਾਂ ਇੰਗਲਿਸ਼ ਪੜ੍ਹ ਰਹੇ ਹਾਂ ਅਤੇ ਜੇ ਮੈਂ ਹੁਣ ਇਹਦੇ ਵਿੱਚ ਹਿੰਦੀ ਦੀਆਂ ਮਾਤਰਾ ਦੱਸਣ ਲੱਗ ਪਵਾਂ ਤਾਂ ਉਹ ਸੰਬੰਧਿਤ ਨਹੀਂ ਹੈ, ਠੀਕ ਹੈ, ਉਹ ਇਰਰੈਲੇਵੈਂਟ ਹੋਏਗੀ, ਜਿਹੜੀ ਕਿ ਕਿਸੇ ਵਰਤੋਂ ਵਿੱਚ ਨਹੀਂ ਆਉਣ ਵਾਲੀ ਚੀਜ਼। ਇਹਨਾਂ ਦਾ ਮਤਲਬ ਦੱਸਦੇ, ਨੋਟਬੁੱਕ ਕੋਲ ਰੱਖੋ, ਲਿਖੀ ਜਾਓ। ਇਸ ਵੀਡੀਓ ਨੂੰ ਵੇਖਣ ਨੂੰ ਤੁਹਾਨੂੰ ਅਗਰ 15 ਦਿਨ ਵੀ ਲੱਗ ਜਾਂਦੇ ਤਾਂ ਕੋਈ ਗੱਲ ਨਹੀਂ, ਪਰ ਹੌਲੀ ਹੌਲੀ ਕਰਕੇ ਵੇਖੋ। ਓਬਟੇਨ ਹੁੰਦਾ ਹੈ ਪ੍ਰਾਪਤ ਕਰਨਾ, ਠੀਕ ਹੈ, ਇਹ ਕਿਹਦੇ ਨਾਲ ਮੈਚ ਕਰੇਗਾ, ਓਬਟੇਨ, ਗੈਟ ਨਾਲ। ਸਾਈਨ ਮਤਲਬ ਨਿਸ਼ਾਨ, ਕੰਸੀਲ ਲੁਕਾਉਣਾ, ਯੂਜ਼ਲੈਸ ਜਿਹੜਾ ਸੰਬੰਧਿਤ ਨਹੀਂ ਹੈ, ਜਿਹਦੀ ਵਰਤੋਂ ਨਹੀਂ ਹੋ ਸਕਦੀ, ਠੀਕ ਹੈ। ਐਵਰੀਡੇ ਰੋਜ਼ਾਨਾ, ਅਤੇ ਇਹਨੂੰ ਕੀ ਪੜ੍ਹਨਾ ਨਾਲ ਪੰਜਾਬੀ 'ਚ ਲਿਖਿਆ ਹੋਇਆ ਇਸੈਂਸ਼ਲ, ਇਹਨੂੰ ਇਜ਼ਾ ਜੱਜ ਪੈਰ ਬਿੰਦੀ ਨਹੀਂ ਬੋਲਣਾ, ਇਸੈਂਸ਼ਲ ਬੋਲਣਾ। ਇਸੈਂਸ਼ਲ ਮਤਲਬ ਜ਼ਰੂਰੀ, ਠੀਕ ਹੈ। ਅੱਗੇ ਐਂਟੋਨਿਮਸ ਹੁੰਦੇ ਨੇ ਓਪੋਜ਼ਿਟਸ, ਠੀਕ ਹੈ। ਜਿੱਦਾਂ ਸਿਨੋਨਿਮਸ ਹੁੰਦੇ ਨੇ ਇੱਕੋ ਵਰਗੇ, ਐਂਟੋਨਿਮਸ ਹੁੰਦੇ ਨੇ ਵਿਰੋਧੀ ਸ਼ਬਦ। ਇਹਨਾਂ ਦੋਵਾਂ ਦੇ ਮਤਲਬ ਪਤਾ ਹੋਣੇ ਚਾਹੀਦੇ ਨੇ ਅਤੇ ਫਿਰ ਮੈਚ ਕਰਨਾ ਹੈ, ਮੈਚ ਦਾ ਐਂਟੋਨਿਮਸ। ਇਹਦਾ ਲੀਕਰਾਂ ਦੀਆਂ ਮਾਰ ਦੇਣੀਆਂ ਲਕੀਰਾਂ। ਆਰਡੀਨਰੀ ਸਧਾਰਨ, ਡਿਸਕਰੇਜ ਹੌਸਲਾ ਤੋੜਨਾ, ਕੰਪਲੀਟ ਮਤਲਬ ਸਾਰਾ ਪੂਰਾ, ਸਟਾਰ ਸ਼ੁਰੂ ਕਰਨਾ, ਪ੍ਰੈਜ਼ੈਂਟ ਹੁੰਦਾ ਆ ਜਿੱਦਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ
ਇਹ ਪ੍ਰੈਜ਼ੈਂਟ ਦੇ ਕਈ ਸਾਰੀ ਮਤਲਬ ਨੇ, ਮੈਂ ਇੱਥੇ ਤੁਹਾਨੂੰ ਚਲੋ ਦੱਸ ਹੀ ਦਿੰਦਾ ਵਾਂ। ਇੱਥੇ ਮੈਂ ਲਿਖਿਆ ਹੋਇਆ ਆ, ਇੱਕ ਇਹ ਵੀ ਪ੍ਰੈਜ਼ੈਂਟ ਵੀ ਹੁੰਦਾ ਆ ਅਤੇ ਪ੍ਰੈਜ਼ੈਂਟ ਵੀ ਹੁੰਦਾ ਆ, ਦੋ ਤਰ੍ਹਾਂ ਨਾਲ ਬੋਲਿਆ ਜਾਂਦਾ। ਪ੍ਰੈਜ਼ੈਂਟ ਹੁੰਦਾ ਆ ਜਿੱਦਾਂ ਮੰਨ ਲਓ ਪ੍ਰੈਜ਼ੈਂਟ ਟੈਂਸ, ਠੀਕ ਆ, ਆਈ ਐਮ ਵਰਕਿੰਗ, ਦਿਸ ਇਜ਼ ਪ੍ਰੈਜ਼ੈਂਟ ਟੈਂਸ। ਜੇ ਆਪਾਂ ਕਹੀਏ ਕਿ ਕਿਸੇ ਨੂੰ ਤੋਹਫਾ ਦੇਣਾ, ਉਹਨੂੰ ਵੀ ਪ੍ਰੈਜ਼ੈਂਟ ਕਹਿੰਦੇ ਨੇ। ਅਤੇ ਇੱਕ ਹੋਰ ਪ੍ਰੈਜ਼ੈਂਟ ਹੁੰਦਾ ਆ ਪ੍ਰੈਜ਼ੈਂਟ। ਆਪਾਂ ਪ੍ਰੈਜ਼ੈਂਟ ਦੀ ਉਦਾਹਰਨ ਇਹ ਹੈ, ਲਿਖਿਆ ਇੱਦਾਂ ਹੀ ਜਾਣਾ, ਪਰ ਜਦੋਂ ਇਹਨੂੰ ਤੁਸੀਂ ਪ੍ਰੈਜ਼ੈਂਟ ਪੜ੍ਹੋਗੇ ਇਹਦਾ ਮਤਲਬ ਹੈ ਕਿ ਜਿੱਦਾਂ ਪੇਸ਼ ਕਰਨਾ। ਜਿੱਦਾਂ ਮੰਨ ਲਓ ਕਿਸੇ ਨੇ ਆਫਿਸ 'ਚ ਰਿਪੋਰਟ ਪੇਸ਼ ਕਰਨੀ ਹੈ, ਸੋ ਉਹਨੂੰ ਕੀ ਕਹਾਂਗੇ, ਉਹਨੇ ਰਿਪੋਰਟ ਪੇਸ਼ ਕਰਨੀ ਹੈ। ਸੋ ਹੀ ਵਿਲ ਪ੍ਰੈਜ਼ੈਂਟ ਦ ਰਿਪੋਰਟ, ਉਹਨੇ ਰਿਪੋਰਟ ਪੇਸ਼ ਕਰਨੀ, ਉੱਥੇ ਪ੍ਰੈਜ਼ੈਂਟ ਆ ਜਾਣਾ ਪੇਸ਼ ਕਰਨ ਤੋਂ। ਜਾਂ ਕਿਸੇ ਨੂੰ ਇੰਟਰੋਡਿਊਸ ਕਰਾਉਣਾ ਸਟੇਜ ਤੋਂ, ਤਾਂ ਉੱਥੇ ਵੀ ਪ੍ਰੈਜ਼ੈਂਟ ਆਉਂਦਾ ਆ, ਠੀਕ ਹੈ। ਆਈ ਵੁੱਡ ਲਾਈਕ ਟੂ ਪ੍ਰੈਜ਼ੈਂਟ ਮਿਸਟਰ ਕਾਊਨ, ਸੋ ਮੈਂ ਮਿਸਟਰ ਕਾਊਨ ਨੂੰ ਪ੍ਰੈਜ਼ੈਂਟ ਕਰਨਾ। ਸੋ ਇੱਦਾਂ ਇਸ ਵਰਡ ਦਾ ਮੀਨਿੰਗ ਚੇਂਜ ਹੋ ਜਾਂਦਾ ਆ। ਅੱਗੇ ਚੱਲ ਕੇ ਆਪਾਂ ਇੱਕ ਲੜੀ ਸ਼ੁਰੂ ਕਰਾਂਗੇ ਜਿਹਦੇ ਵਿੱਚ ਇੱਦਾਂ ਦੇ ਵਰਡਸ ਨੂੰ ਮੈਚ ਕਰ ਕਰਕੇ ਬਣਾਵਾਂਗੇ, ਪਰ ਉਸ ਤੋਂ ਪਹਿਲਾਂ ਪੰਜਾਬ ਬੋਰਡ ਦੀਆਂ ਕਿਤਾਬਾਂ। ਸੋ ਪ੍ਰੈਜ਼ੈਂਟ ਦਾ ਮਤਲਬ ਹੈ ਹਾਜ਼ਰ, ਪ੍ਰੈਜ਼ੈਂਟ ਦਾ ਮਤਲਬ ਹੈ ਪ੍ਰੈਜ਼ੈਂਟ ਟੈਂਸ, ਪ੍ਰੈਜ਼ੈਂਟ ਦਾ ਮਤਲਬ ਹੈ ਤੋਹਫਾ, ਤਿੰਨ ਮਤਲਬ ਇਹ ਹੋ ਗਏ, ਅਤੇ ਚੌਥਾ ਹੋ ਗਿਆ ਪੇਸ਼ ਕਰਨਾ। ਹੈਪੀ ਖੁਸ਼, ਇਨਕਰੇਜ। ਹੁਣ ਇੱਧਰ ਜਿਹੜਾ ਇਹਦਾ ਵਿਰੋਧੀ ਸ਼ਬਦ ਨੇ, ਇਨਕਰੇਜ ਹੁੰਦਾ ਆ ਹੌਂਸਲਾ ਵਧਾਉਣਾ, ਡਿਸਕਰੇਜ ਹੁੰਦਾ ਹੌਂਸਲਾ ਤੋੜਨਾ। ਸਪੈਸ਼ਲ ਖਾਸ, ਸਪੈਸ਼ਲ ਮਤਲਬ ਖਾਸ, ਅਤੇ ਆਰਡੀਨਰੀ ਮਤਲਬ ਸਧਾਰਨ ਹੋ ਗਿਆ। ਫਿਨਿਸ਼ ਮਤਲਬ ਖ਼ਤਮ, ਸਟਾਰਟ ਮਤਲਬ ਸ਼ੁਰੂ ਕਰਤਾ। ਇਨਕੰਪਲੀਟ ਕੰਪਲੀਟ। ਅਨਹੈਪੀ ਹੈਪੀ, ਐਬਸੈਂਟ ਪ੍ਰੈਜ਼ੈਂਟ। ਇਹ ਯਾਦ ਰੱਖਿਓ ਕਿ ਵਿਰੋਧੀ ਸ਼ਬਦ ਨੇ ਇੱਕ ਦੂਜੇ ਦੇ, ਇਹਨਾਂ ਨੂੰ ਰਲਾਉਣਾ ਇੱਕ ਦੂਜੇ ਨਾਲ। ਲੈਂਗੁਏਜ ਕਾਰਨਰ। ਰੀਡ ਦ ਫੋਲੋਇੰਗ ਸੈਂਟੈਂਸਿਸ। ਨੇਹਾ ਸਿੰਗਸ, ਇਹਨਾਂ ਨੂੰ ਪੜ੍ਹੋ। ਪੜ੍ਹਨਾ ਕੀ ਹੈ, ਨੇਹਾ ਸਿੰਗਸ, ਨੇਹਾ ਕੁੜੀ ਹੈ, ਸਿੰਗ ਮਤਲਬ ਗਾਉਂਦੀ ਹੈ, ਐਸ ਲੱਗਾ ਆ ਇਸ ਕਰਕੇ ਕਿਉਂਕਿ ਉਹ ਨੇਹਾ ਜਿਹੜੀ ਹੈ ਉਹ ਥਰਡ ਪਰਸਨ ਹੈ ਇਸ ਵੇਲੇ। ਨੇਹਾ ਸਿੰਗਸ ਸਵੀਟਲੀ, ਵੀ ਨੇਹਾ ਜਿਹੜੀ ਆ ਉਹ ਗਾਉਂਦੀ ਹੈ ਸਵੀਟਲੀ, ਮਤਲਬ ਕਿ ਬੜੇ ਮਿਠਾਸ ਦੇ ਨਾਲ, ਬੜੇ ਪਿਆਰ ਦੇ ਨਾਲ। ਇਟ ਰੇਨਸ, ਮੀਂਹ ਪੈਂਦਾ ਆ। ਇਟ ਰੇਨਸ ਹੈਵੀਲੀ, ਮੀਂਹ ਬੜਾ ਜ਼ੋਰ ਨਾਲ ਪੈਂਦਾ ਆ। ਹੈਵੀਲੀ ਐਡਵਰਬ ਸਿਖਾਉਣਾ ਚਾਹ ਰਹੇ ਨੇ ਅਗਲੇ ਸਾਨੂੰ, ਉਸ ਚਾਹੁੰਦੇ ਨੇ ਕਿ ਅਸੀਂ ਐਡਵਰਬ ਸਿੱਖੀਏ। ਐਡਵਰਬ ਕਿਹਨੂੰ ਕਹਿੰਦੇ ਨੇ, ਇਹਨੂੰ ਐਡਵਰਬ ਕਹਿੰਦੇ ਨੇ, ਇਹ ਜਿਹੜੇ ਵਰਡਸ ਲੱਗੇ ਨੇ, ਸਵੀਟਲੀ, ਹੈਵੀਲੀ, ਠੀਕ ਆ। ਇਹ LY ਲੱਗ ਗਿਆ ਅਤੇ ਸਵੀਟ ਦਾ ਸਵੀਟਲੀ ਬਣ ਗਿਆ, ਹੈਵੀ ਦਾ ਹੈਵੀਲੀ ਬਣ ਗਿਆ। ਹੁਣ ਇੱਦਾਂ ਹੀ ਇਹਨਾਂ ਸਾਰਿਆਂ ਨੂੰ ਐਡਵਰਬ ਬਣਾਉਣਾ ਥੱਲੇ ਵਾਲਿਆਂ ਨੂੰ। ਚੇਂਜ ਦ ਫੋਲੋਇੰਗ ਐਡਜੈਕਟਿਵਸ ਇਨਟੂ ਐਡਵਰਬਸ, ਪੇਜ ਨੰਬਰ 102 ਤੇ ਆ। ਨੀਟ ਨੀਟਲੀ, ਬਰੇਵਲੀ, ਨੀਟ ਹੁੰਦਾ ਸਫਾਈ ਨਾਲ, ਉਹਨੇ ਜੁੱਤੀਆਂ ਬੜੀ ਸਫਾਈ ਨਾਲ ਬਣਾਈਆਂ। ਬਰੇਵਲੀ ਬਹਾਦਰੀ ਨਾਲ। ਈਜ਼ੀਲੀ ਆਸਾਨੀ ਨਾਲ। ਫਾਈਨਲੀ ਬਈ ਆਖਿਰਕਾਰ। ਸਲੋਲੀ ਸੌਫਟਲੀ, ਬਰਾਈਟਲੀ, ਕੇਅਰਫੁਲੀ, ਕਾਈਂਡਲੀ, ਹੈਪੀਲੀ, ਉਹ ਇੱਦਾਂ ਬਣ ਜਾਣੇ ਆ। ਮੀਨਿੰਗ ਸੌਖੇ ਆ, ਆਉਂਦੇ ਇਹਨਾਂ ਨੂੰ। ਸੋ ਇਸ ਤੋਂ ਬਾਅਦ ਅੱਗੇ ਚਲੀਏ 102 ਤੋਂ ਬਾਅਦ ਅੱਗੇ ਆ ਗਏ ਜੀ ਫਿਲ ਇਨ ਦ ਬਲੈਂਕਸ। ਫਿਲ ਇਨ ਦ ਬਲੈਂਕਸ ਦੇ ਵਿੱਚ ਜਿਹੜਾ ਸਭ ਤੋਂ ਉੱਤੇ ਆ ਰਿਹਾ ਹੈ, ਫਿਲ ਇਨ ਦ ਬਲੈਂਕਸ ਵਿਦ ਕਰੈਕਟ ਐਡਵਰਬ। ਐਡਵਰਬ ਭਰਨੀ ਹੈ ਜਿਨ੍ਹਾਂ ਦੇ ਮਗਰ ਐਡਵਰਬ ਹੁੰਦੀਆਂ ਨੇ, ਜਿਨ੍ਹਾਂ ਦੇ ਮਗਰ LY ਜਿੱਦਾਂ ਲੱਗਿਆ ਹੁੰਦਾ। ਸਲੋਲੀ ਦਾ ਟੋਟਸ, ਇਹਨੂੰ ਕੀ ਪੜ੍ਹਨਾ, ਟੋਟਸ, ਟੋਇਸ ਨਹੀਂ ਪੜ੍ਹਨਾ ਇਹਨੂੰ, ਟੋਟਸ। ਟੈਂਕ ਨੂੰ ਹੋੜਾ, ਟੈਂਕਾ ਸੱਸਾ, ਟੋਟਸ। ਟੋਟਸ ਅਤੇ ਟਰਟਲ ਦੋਨੋਂ ਕੱਛੂਕੰਮੇ ਹੀ ਹੁੰਦੇ ਨੇ, ਪੰਜਾਬੀ 'ਚ ਆਪਾਂ ਕੱਛੂਕੰਮਾ ਕਹਿ ਦਿੰਦੇ ਹਾਂ। ਟੋਟਸ ਅਤੇ ਟਰਟਲ 'ਚ ਫ਼ਰਕ ਇਹ ਹੈ ਕਿ ਟੋਟਸ ਜ਼ਿਆਦਾਤਰ ਜ਼ਮੀਨ 'ਤੇ ਰਹਿੰਦੇ ਨੇ, ਪਾਣੀ ਵਿੱਚ ਜਾਂਦੇ ਨੇ, ਪਰ ਜ਼ਿਆਦਾ ਦੇਰ ਨਹੀਂ ਰਹਿੰਦੇ ਉੱਥੇ, ਠੀਕ ਆ। ਪਰ ਟਰਟਲ ਜਿਹੜਾ ਆ ਉਹ ਜ਼ਿਆਦਾ ਦੇਰ ਪਾਣੀ 'ਚ ਜ਼ਿੰਦਗੀ ਬਤੀਤ ਕਰਦਾ ਆ। ਫ਼ਰਕ ਇੰਨਾ ਹੀ ਹੁੰਦਾ ਇਹਨਾਂ 'ਚ। ਹੋਰ ਬਹੁਤ ਸਾਰੇ ਡਿਫਰੈਂਸ ਹੋਣਗੇ, ਉਹਦੇ ਵਾਸਤੇ ਤੁਹਾਨੂੰ ਗੂਗਲ 'ਤੇ ਜਾ ਕੇ ਸਰਚ ਕਰਨਾ ਪਏਗਾ, ਪਰ ਟੋਟਸ ਦਾ ਮਤਲਬ ਕੱਛੂਕੰਮਾ ਹੁੰਦਾ ਆ। ਟੋਟਸ ਮੂਵਡ ਸਲੋਲੀ, ਸਲੋਲੀ ਮਤਲਬ ਕਿ ਹੌਲੀ ਹੌਲੀ। ਦ ਸਨ ਸ਼ਾਈਨਸ ਵੈਰੀ ਬਰਾਈਟਲੀ, ਸ਼ਾਈਨ ਦਾ ਮਤਲਬ ਹੁੰਦਾ ਚਮਕਣਾ, ਸੂਰਜ ਚਮਕਦਾ ਹੈ ਬਹੁਤ। ਬਰਾਈਟਲੀ ਬੜੀ ਤੇਜ਼ ਰੋਸ਼ਨੀ ਨਾਲ। ਦ ਚਿਲਡਰਨ ਆਰ ਪਲੇਇੰਗ ਹੈਪੀਲੀ, ਸੋ ਇੱਥੇ ਹੈਪੀਲੀ ਇਹ ਸਾਰੇ ਭਰਨੇ ਨੇ। ਕਿਉਂ ਭਰਨੇ ਨੇ, ਕਿਉਂਕਿ ਤੁਹਾਨੂੰ ਪਤਾ ਲੱਗੇ ਕਿ ਕਿੱਦਾਂ ਹੋਣਾ ਆ। ਮੀਨਾ ਨੌਕਸ ਦ ਡੋਰ ਸੌਫਟਲੀ, ਆਲਵੇਜ਼ ਕ੍ਰੋਸ ਦ ਰੋਡ ਕੇਅਰਫੁਲੀ। ਇੱਕ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਕੇਅਰਫੁਲ ਵਰਡ ਹੈ ਉਹਦੇ ਮਗਰ LY ਲੱਗ ਗਿਆ ਤਾਂ ਡਬਲ ਹੋ ਜਾਣਾ ਸਾਰਾ। ਬਾਕੀਆਂ ਦੇ ਮਗਰ ਇੱਕੋ ਹੀ LY ਲੱਗਾ, ਇਹਦੇ ਮਗਰ ਦੋ ਲੱਗੀਆਂ ਇੱਦਾਂ। From each sentence, write the verb and the adverb that describes the verb in the space provided. ਆਹ ਲਿਖੀ ਹੈ ਵਰਬ ਅਤੇ ਆਹ ਲਿਖੀ ਐਡਵਰਬ। ਉਹਨਾਂ ਨੇ 5 ਸੈਂਟੈਂਸ ਦਿੱਤੇ ਆ ਜੀ ਸਾਨੂੰ ਇੱਥੇ। ਇਹਨਾਂ ਸੈਂਟੈਂਸਿਸ ਦੇ ਵਿੱਚੋਂ ਆਪਾਂ ਕੀ ਲੱਭਣਾ ਆ, ਕਿਹੜੀ ਵਰਬ ਆ ਅਤੇ ਕਿਹੜੀ ਐਡਵਰਬ ਆ। ਵਰਬ ਹੁੰਦੀ ਹੈ ਜਿਹੜੀ ਕੰਮ ਚੱਲ ਰਿਹਾ ਆ, ਠੀਕ ਹੈ। ਸੋ ਕੰਮ ਕੀ ਚੱਲ ਰਿਹਾ ਆ, ਦਾ ਟੋਟਸ ਜਿਹੜਾ ਕੱਛੂ ਕੰਮਾ ਆ ਉਹ ਕੀ ਕਰਦਾ ਪਿਆ, ਵੋਕਸ, ਤੁਰਦਾ ਪਿਆ ਆ।
ਤੁਰਦਾ ਪਿਆ, ਠੀਕ ਹੈ। ਅਤੇ ਇਹ ਆ ਗਿਆ ਤੁਰਦਾ ਪਿਆ, ਅਤੇ ਇੱਥੇ ਵੋਕ ਲਿਖ ਦੇਣਾ ਆ। ਅਤੇ ਕਿਵੇਂ ਤੁਰਦਾ ਪਿਆ? ਸਲੋਲੀ, ਅਤੇ ਸਲੋਲੀ ਇੱਧਰ ਲਿਖ ਦੇਣਾ ਐਡਵਰਬ। ਇਹ 'ਚੋਂ ਵੋਕ ਹੈਗਾ ਆ, ਵੋਕ ਵਰਡ ਜਿਹੜਾ ਆ ਉਹ ਵਰਬ ਹੈ, ਇਹ ਕੰਮ ਹੋ ਰਿਹਾ। ਸਲੋਲੀ ਕੀ ਹੈ? ਜਿੱਦਾਂ ਤੁਸੀਂ ਕਹੋਗੇ ਆਈ ਐਮ ਲਰਨਿੰਗ ਸਲੋਲੀ, ਸੋ ਮੈਂ ਹੌਲੀ ਹੌਲੀ ਸਿੱਖ ਰਿਹਾ ਹਾਂ। ਸੋ ਸਿੱਖਣ ਦੀ ਕੀ ਹੈ? ਲਰਨਿੰਗ। ਸੋ ਉਹ ਗਈ ਵਰਬ, ਸਿੱਖ ਰਹੇ ਹੋ, ਅਤੇ ਸਲੋਲੀ ਮਤਲਬ ਕਿ ਹੌਲੀ, ਸੋ ਉਹ ਐਡਵਰਬ ਹੋ ਗਿਆ। ਦਾ ਮੇਸਨ, ਮੇਸਨ ਹੁੰਦਾ ਆ ਬ੍ਰਿਕ ਲੇਅਰ, ਜਿਹੜਾ ਕਿ ਜਿਹਨੂੰ ਮਿਸਤਰੀ ਕਹਿ ਦਿੰਦੇ ਆਪਾਂ, ਠੀਕ ਆ, ਜਿਹੜਾ ਇੱਟਾਂ ਦੇ ਨਾਲ ਕੰਧ ਬਣਾਉਂਦੇ ਆ। ਦਾ ਮੇਸਨ ਬਿਲਡਸ ਅ ਵੋਲ ਸਕਿਲਫੁਲੀ, ਸਕਿਲਫੁਲੀ ਹੋ ਗਈ ਹੈ ਐਡਵਰਬ। ਇਹ LY ਵਾਲੇ ਇੱਧਰ ਆ ਜਾਣੇ ਆ, ਅਤੇ ਜਿਹੜਾ ਕੰਮ ਚੱਲ ਰਿਹਾ ਉਹ ਇਹਦੇ 'ਚ ਆ ਜਾਣੇ ਆ, ਠੀਕ ਆ। ਜਿੱਦਾਂ ਸਿੰਗ, ਸਪੀਕ ਜਾਂ ਸੋਲਵ, ਬਿਲਡ, ਇਹ ਇੱਧਰ ਆ ਜਾਣੇ ਆ। ਟਿਕ ਦ ਕਰੈਕਟ ਵਰਡਸ ਯੂਜ਼ਿੰਗ ਸਿੰਪਲ ਪ੍ਰੈਜ਼ੈਂਟ ਟੈਂਸ। ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਜਿਹੜੇ ਫਿਰ ਆਪਾਂ ਵਰਡਸ ਨੇ ਉਹਨਾਂ ਨੂੰ ਸਹੀ ਕਰਨਾ ਵੀ ਇੱਥੇ ਕਿਹੜਾ ਵਰਡ ਆਏਗਾ। ਸਾਡੀ ਉਹਨਾਂ ਨੇ ਗ੍ਰਾਮਰ ਚੈੱਕ ਕਰਨੀ ਹੈ ਕਿ ਕਿਹੜਾ ਵਰਡ ਇੱਥੇ ਆਪਾਂ ਨੂੰ ਵਰਤਣਾ ਹੈ। ਬਰਡਸ ਜ਼ਿਆਦਾ ਨੇ, ਬਰਡ ਹੁੰਦਾ ਪੰਛੀ, ਬਰਡਸ ਹੋ ਗਏ ਜ਼ਿਆਦਾ ਪੰਛੀ। ਬਰਡਸ ਫਲਾਈ ਇਨ ਦ ਸਕਾਈ, ਇੱਥੇ ਫਲਾਈ ਆਉਣਾ ਆ, ਠੀਕ ਆ। ਪੰਛੀ ਅਸਮਾਨ ਵਿੱਚ ਉੱਡਦੇ ਹਨ। ਸੋ ਇੱਥੇ ਜੇ ਤਾਂ ਇੱਕ ਬਰਡ ਹੁੰਦਾ ਤਾਂ ਫਿਰ ਇੱਥੇ ਆਹ ਵਾਲਾ ਵਰਡ ਆ ਜਾਣਾ ਸੀ, ਫਲਾਈਜ਼, ਉੱਡਦਾ ਹੈ, ਠੀਕ ਹੈ। ਪਰ ਜੇ ਬਹੁਤੇ ਨੇ ਤਾਂ ਫਿਰ ਫਲਾਈ ਆਉਣਾ ਆ। ਕਿਉਂ ਇਸ ਤਰ੍ਹਾਂ ਆ? ਕਿਉਂਕਿ ਥਰਡ ਪਰਸਨ ਸਿੰਗੂਲਰ ਹੈ, ਇਸ ਕਰਕੇ। ਦਾ ਬੇਬੀ ਕਰਾਈ, ਕਰਾਈਜ਼ ਕਿਹੜਾ ਆਉਣਾ ਇਹਦੇ ਵਿੱਚ? ਬੇਬੀ ਇਕੱਲੀ ਆ, ਠੀਕ ਆ, ਬੱਚਾ ਆ, ਅਤੇ ਉਹ ਇਕੱਲਾ ਆ, ਅਤੇ ਉਹਦੇ ਵਾਸਤੇ ਕੀ ਆਉਣਾ ਆ? ਕਰਾਈਜ਼। ਬੱਚਾ ਰੋਂਦਾ ਆ ਦੁੱਧ ਵਾਸਤੇ, ਫॉर ਮਿਲਕ। ਮੋਨੂ, ਮੋਨੂ ਵੀ ਥਰਡ ਪਰਸਨ ਆ, ਠੀਕ ਆ। ਮੋਨੂ ਲਵਸ ਚੋਕਲੇਟਸ। ਅਤੇ ਅੱਗੇ ਆ ਗਿਆ ਆਵਰ ਸਕੂਲ ਓਪਨਸ ਐਟ 9 o'clock। The teacher teaches us English. My friend writes poems. They grow fruit. They grow fruits. ਕਿਉਂ ਇੱਥੇ grows ਕਿਉਂ ਨਹੀਂ ਆਉਣਾ? ਕਿਉਂਕਿ ਇਹ ਬਹੁਤੇ ਜਣੇ ਨੇ, ਬਹੁਤੇ ਜਣਿਆਂ ਦੇ ਨਾਲ ਇਹੋ ਹੀ ਜਿਹੀ ਆਉਣਾ ਆ ਬਿਨਾਂ ਇਸ ਵਾਲਾ, ਅਤੇ ਇਕੱਲੇ ਜਣੇ ਦੇ ਨਾਲ ਇਸ ਵਾਲਾ ਆ ਜਾਣਾ। ਪਰ ਜੇ ਤੁਸੀਂ ਆਈ ਲਿਖਣਾ ਹੈ, ਆਈ ਦੀ ਗੱਲ ਚੱਲ ਰਹੀ ਹੈ ਕਿ ਮੈਂ ਕਰ ਰਿਹਾ ਹਾਂ, ਮੈਂ ਪੋਇਮ ਲਿਖਦਾ ਹਾਂ, ਅਤੇ ਫਿਰ ਰਾਈਟ ਹੀ ਆਉਣਾ ਆ। ਜੇ ਹੀ, ਸ਼ੀ, ਮਾਈ ਫਰੈਂਡ ਆਉਣਾ ਆ, ਫਿਰ ਰਾਈਟਸ ਆ ਜਾਣਾ। ਵੀ ਇੰਜੋਏ ਪਲੇਇੰਗ ਕਾਰਡਸ। ਆਈ ਈਟ ਫਰੈਸ਼ ਫਰੂਟਸ। ਦਾ ਬॉयਜ਼ ਸਿੰਗ ਵੈਲ। ਇਸ ਤੋਂ ਬਾਅਦ ਫਿਲ ਇਨ ਦ ਬਲੈਂਕਸ ਵਿਦ ਸੂਟੇਬਲ ਪ੍ਰੈਪੋਜੀਸ਼ਨਸ। ਪ੍ਰੈਪੋਜੀਸ਼ਨਸ ਕੀ ਹੁੰਦੀਆਂ ਨੇ? ਜਿਹੜੀਆਂ ਸੈਂਟੈਂਸ ਦੇ ਵਿੱਚ ਆਪਾਂ ਔਨ, ਐਟ, ਇਨ, ਇਨਟੂ, ਆਹ ਜਿਹੜੀਆਂ ਨੇ ਪ੍ਰੈਪੋਜੀਸ਼ਨ, ਐਟ, ਫਰੋਮ, ਐਟ, ਇਹ ਸਾਰੀਆਂ ਪ੍ਰੈਪੋਜੀਸ਼ਨਸ ਨੇ। ਸੋ ਇਹ ਲਾਉਣੀਆਂ ਨੇ ਇੱਥੇ। ਮਾਈ ਅੰਕਲ ਨੌਕਡ ਔਨ ਦਾ ਡੋਰ। ਇੱਥੇ ਜਦੋਂ ਤੇ ਵਰਬ ਦੀ ਗੱਲ ਚੱਲ ਰਹੀ ਆ, ਵਰਬ ਵੀ ਉਹਨੇ ਖੜਕਾਇਆ, ਔਨ ਦਾ ਡੋਰ ਆ ਜਾਣਾ। ਅਤੇ ਜੇ ਆਪਾਂ ਕਹਿ ਦਿੰਦੇ ਹਾਂ ਵੀ ਉਹ ਦਰਵਾਜ਼ੇ 'ਤੇ ਹੈ, ਮਾਈ ਅੰਕਲ ਇਜ਼ ਐਟ ਦਾ ਡੋਰ, ਠੀਕ ਆ। ਅਤੇ ਜੇ ਉਹ ਖੜਕਾਉਂਦਾ ਪਿਆ ਤਾਂ ਫਿਰ ਔਨ ਦਾ ਡੋਰ ਆ ਜਾਣਾ ਆ। ਰੋਹਨ ਜੰਪਡ, ਰੋਹਨ ਜੰਪਡ ਇਨਟੂ ਦਾ ਪੌਂਡ, ਓਕੇ ਜੀ, ਇਨਟੂ ਆ ਜਾਣਾ ਆ। ਵੀ ਵਿਲ ਮੀਟ ਐਟ ਮੰਡੇ ਜਾਂ ਔਨ ਮੰਡੇ? ਔਨ ਮੰਡੇ। ਦੇ ਵਿਲ ਵਾਚ ਦਾ ਸ਼ੋ ਐਟ 7 PM। ਹੀ ਵਾਜ਼ ਐਬਸੈਂਟ ਫਰੋਮ ਸਕੂਲ। ਆਈ ਡੂ ਨੋਟ ਐਗਰੀ ਵਿਦ ਯੂ। ਇੱਦਾਂ ਚੱਲਣਾ ਨੇ। ਨਾਓ ਰੀਰਾਈਟ, ਦੁਬਾਰਾ ਲਿਖੋ the following sentences replacing the nouns wherever possible with the pronouns given in the brackets। ਇਹਦੇ ਵਿੱਚ ਨਾਵਾਂ ਦੀ ਥਾਂ 'ਤੇ ਪੜਨਾਮ ਲਿਖਣੇ ਨੇ। ਕਿੱਦਾਂ? ਮਤਲਬ ਕਿ ਰਾਜੂ ਇਜ਼ ਅ ਸ਼ਾਪਕੀਪਰ। ਰਾਜੂ ਇੱਕ ਦੁਕਾਨਦਾਰ ਹੈ। ਰਾਜੂ ਸੈਲਸ ਟੋਇਜ਼। ਹੁਣ ਜੇ ਤੁਸੀਂ ਇਸੇ ਗੱਲ ਨੂੰ ਪੰਜਾਬੀ 'ਚ ਦੇਖੋ ਤਾਂ ਇੱਥੇ ਕੀ ਲਿਖਣਾ ਹੈ? ਰਾਜੂ ਇੱਕ ਦੁਕਾਨਦਾਰ ਹੈ, ਰਾਜੂ ਖਿਡੌਣੇ ਵੇਚਦਾ ਹੈ। ਆਪਾਂ ਇੱਦਾਂ ਨਹੀਂ ਬੋਲਦੇ, ਆਪਾਂ ਕਹਿੰਦੇ ਹਾਂ ਰਾਜੂ ਇੱਕ ਦੁਕਾਨਦਾਰ ਹੈ, ਉਹ ਖਿਡੌਣੇ ਵੇਚਦਾ ਆ। ਸੋ ਉਹ ਲੱਗ ਜਾਂਦਾ, ਉਹ ਕੀ ਆ? ਪ੍ਰੋਨਾਊਨ। ਸੋ ਇੱਥੇ ਹੀ ਆ ਜਾਣਾ, ਹੀ ਸੈਲਸ ਟੋਇਜ਼, ਠੀਕ ਹੈ। ਜਿੱਦਾਂ ਰਾਜੂ ਦੁਕਾਨਦਾਰ ਹੈ, ਰਾਜੂ ਖਿਡੌਣੇ ਵੇਚਦਾ ਹੈ, ਰਾਜੂ ਦੇ ਖਿਡੌਣੇ ਵਧੀਆ ਨਹੀਂ ਨਿਕਲਦੇ, ਰਾਜੂ ਕੋ ਖਿਡੌਣਾ ਲਿਆ ਟੁੱਟ ਗਿਆ, ਰਾਜੂ ਬੜਾ ਬੇਈਮਾਨ ਹੈ। ਉਹ ਇੱਦਾਂ ਥੋੜ੍ਹੀ ਕਵਾਂਗੇ, ਇੱਕ ਵਾਰੀ ਨਾਮ ਲਵਾਂਗੇ ਨਾ। ਰਾਜੂ ਦੁਕਾਨਦਾਰ ਹੈ, ਉਹ ਖਿਡੌਣੇ ਵੇਚਦਾ ਹੈ, ਉਹਦੇ ਖਿਡੌਣੇ ਚੰਗੇ ਹੁੰਦੇ ਨੇ। ਕਈ ਉਹਦੇ ਖਿਡੌਣੇ, ਹੁਣ ਕਈ ਰਾਜੂ ਦੇ ਖਿਡੌਣੇ ਨਹੀਂ ਕਵਾਂਗੇ, ਕਈ ਉਹਦੇ ਖਿਡੌਣੇ। ਸੋ ਇੱਦਾਂ ਚੱਲਣੀ ਹੈ ਲਾਈਨ, ਠੀਕ ਹੈ। ਸੋ ਹੀ ਕੀ ਹੈ? ਪ੍ਰੋਨਾਊਨ, ਉਹ ਇੱਥੇ ਲੱਗ ਜਾਣਾ ਆ। ਹੀਨਾ ਇਜ਼ ਐਨ ਐਕਸਪਰਟ ਡੈਂਸਰ, ਸ਼ੀ ਇਜ਼ ਡੈਂਸਿੰਗ, ਸ਼ੀ ਆ ਜਾਣਾ, ਠੀਕ ਆ। ਇੱਥੇ ਆਣਾ ਦੇ ਕਿੱਥੇ ਆਣਾ? ਹਿਊਮਨ ਬੀਇੰਗਸ ਦੀ ਜਗ੍ਹਾ 'ਤੇ। they breathe air। the mangoes looked ripe
ਦ ਮੈਂਗੋਜ਼ ਵਰ ਸਾਵਰ। ਅੱਛਾ, ਇਹਨੂੰ ਪੜ੍ਹਨਾ ਕਿਵੇਂ ਆ? ਸਾਵਰ। ਸਾਵਰ ਦਾ ਮਤਲਬ ਖੱਟਾ ਹੁੰਦਾ ਆ, ਠੀਕ ਆ, ਸਾਵਰ। ਸੋਵਰ ਨਹੀਂ ਪੜ੍ਹਨਾ ਇਹਨੂੰ, ਸਾਵਰ ਕਹਿਣਾ ਆ। ਦੇ ਕਿੱਥੇ ਆਉਣਾ ਆ? ਦੇ ਵਰ ਸਾਵਰ। ਮੈਂਗੋਜ਼ ਚੱਕ ਦਿਓ, ਦਾ ਮੈਂਗੋਜ਼ ਚੱਕ ਦਿਓ, ਦੇ ਵਰ ਸਾਵਰ ਆ ਜਾਣਾ। ਦ ਇੰਡੀਅਨ ਟੀਮ ਅਰਾਈਵਡ ਇਨ ਇੰਗਲੈਂਡ, ਅਤੇ ਇੱਥੇ ਕੀ ਆਉਣਾ? ਦ ਇੰਡੀਅਨ ਟੀਮ ਨੂੰ ਕੱਟ ਕੇ ਇੱਥੇ ਆਉਣਾ ਇਟ ਵੋਨ ਦ ਮੈਚ। ਸੋ ਪੇਜ ਨੰਬਰ 109 'ਤੇ ਲੈਸਨ ਖਤਮ ਹੋ ਰਿਹਾ। ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟਸ ਜੋ ਮੈਂ ਕਰ ਦਿੱਤੇ ਨੇ, ਬਾਕੀ ਤੁਸੀਂ ਕਰ ਸਕਦੇ ਹੋ ਆਪ। ਜੇ ਨਾ ਸਮਝ ਲੱਗੇ ਤਾਂ ਕਮੈਂਟਸ 'ਚ ਪਾਓ। ਇਹ ਚੈਨਲ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਨੂੰ ਲਾਉਣ ਵਾਸਤੇ ਹੈ, ਤਾਂ ਕਿ ਨਿਆਣਿਆਂ ਦਾ ਦਿਮਾਗ ਪੜ੍ਹਾਈ ਵਾਲੇ ਪਾਸੇ ਲੱਗਣ। ਠੀਕ ਹੈ ਜੀ। ਥਿੰਕ ਓਵਰ ਇਟ, ਇਹਦੇ ਬਾਰੇ ਸੋਚੋ। ਹਿਸਟਰੀ ਇਜ਼ essential ਟੂ ਅ ਨੇਸ਼ਨ। ਹਿਸਟਰੀ ਜਿਹੜੀ ਆ ਉਹ ਇੱਕ ਦੇਸ਼ ਵਾਸਤੇ ਜ਼ਰੂਰੀ ਹੈ, ਐਂਡ ਇਟਸ ਸਿਟੀਜ਼ਨਸ, ਅਤੇ ਇਹਦੇ ਬਸ਼ਿੰਦਿਆਂ ਵਾਸਤੇ, ਇੱਥੋਂ ਦੇ ਰਹਿਣ ਵਾਲਿਆਂ ਵਾਸਤੇ। ਵਿਦਾਊਟ ਰੀਡਿੰਗ ਹਿਸਟਰੀ ਵੀ ਵਿਲ ਨਾਟ ਨੋ ਅਬਾਊਟ ਅਵਰ ਹੀਰੋਜ਼ ਐਂਡ ਦੇਅਰ ਹੀਰੋਇਕ ਡੀਡਸ। ਡੀਡਸ ਹੁੰਦੇ ਨੇ ਕੰਮ, ਹੀਰੋਇਕ ਹੁੰਦੇ ਨੇ ਬਹਾਦਰੀ ਵਾਲੇ। ਹੀਰੋਇਕ ਡੀਡਸ ਬਾਰੇ ਸਾਨੂੰ ਨਹੀਂ ਪਤਾ ਲੱਗੇਗਾ ਹਿਸਟਰੀ ਪੜ੍ਹਨ ਤੋਂ ਬਿਨਾਂ। ਹਿਸਟਰੀ ਨੂੰ ਪੜ੍ਹੋ, ਮਿਹਨਤ ਕਰੋ, ਜਿਹੜਾ ਕੰਮ ਔਖਾ ਲੱਗਦਾ ਹੈ ਉਹਦੇ 'ਚੋਂ ਬਾਅਦ 'ਚ ਰਿਜ਼ਲਟ ਆਉਂਦਾ ਹੈ। ਕੀਪ ਗੋਇੰਗ, ਕੀਪ ਲਰਨਿੰਗ, ਐਂਡ ਆਈ ਵਿਲ ਬੀ ਵਿਦ ਯੂ। ਆਈ ਐਮ ਗੋਨਾ ਹੈਲਪ ਯੂ ਗਾਇਜ਼। ਯੂ ਹੈਵ ਟੂ ਕੀਪ ਗੋਇੰਗ, ਇਸ ਤੋਂ ਬਿਨਾਂ ਚਾਰਾ ਨਹੀਂ ਹੈ। ਥੈਂਕਸ ਅ ਲੋਟ। ਸ਼ੇਅਰ ਕਰੋ ਇਸ ਵੀਡੀਓ ਨੂੰ ਦੂਜਿਆਂ ਨਾਲ, ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਤਾਂ ਕਿ ਇਸ ਚੈਨਲ ਨੂੰ ਸਪੋਰਟ ਮਿਲੇ। ਠੀਕ ਹੈ ਜੀ। ਜੇ ਇਹ ਚੈਨਲ ਨੂੰ ਸਪੋਰਟ ਮਿਲੇਗੀ ਤਾਂ ਇਹ ਚੈਨਲ ਵਧੇਗਾ, ਅਤੇ ਇਹਦੇ ਨਾਲ ਐਜੂਕੇਸ਼ਨ ਦਾ ਮਾਹੌਲ ਬਣੇਗਾ ਪੰਜਾਬ ਦੇ ਬੱਚਿਆਂ ਦੇ ਵਿੱਚ, ਦਿਮਾਗ 'ਚ ਕੁਛ ਆਏਗਾ।